ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ 5ਵਾਂ ਭਾਗ ਬਟਵਾਰੇ ਦੀ ਸਿਆਸਤ, ਸੁਤੰਤਰਤਾ ਤੇ ਸਿੱਖ ਵਤਨ ਦੀ ਮੰਗ। ਕਾਂਡ 17 ਨਾਗਰਿਕ ਯਾਨੀ ਗੈਰ ਫੌਜੀ ਝਗੜੇ, ਹਿਜਰਤ ਤੇ ਪੁਨਰਵਾਸ। ਆਰੰਭ। ਭਾਰਤ ਵਰਗੇ ਗਰੀਬ ਤੇ ਵੱਧ ਆਬਾਦੀ ਵਾਲੇ ਮੁਲਕ ਵਿੱਚ ਜਿੱਥੇ ਲੋਕ ਧਰਮ, ਸੱਭਿਆਚਾਰ ਤੇ ਰਹਿਣ ਸਹਿਣ ਦੇ ਢੰਗਾਂ ਵਿੱਚ ਵੱਖਰੇ ਵੱਖਰੇ ਹੋਣ, ਉੱਥੇ ਉਹਨਾਂ ਦੇ ਵੱਖ-ਵੱਖ ਗੁੱਟਾਂ ਦੇ ਟਕਰਾਅ ਦੀ ਸੰਭਾਵਨਾ ਬਣੀ ਹੀ ਰਹਿੰਦੀ ਹੈ। ਉੱਤਰ ਵਿੱਚ ਮੁੱਢਲੇ ਇਸਲਾਮੀ ਹਮਲਿਆਂ ਦੇ ਵੇਲੇ ਤੋਂ ਹੀ ਇੱਕ ਪਾਸੇ ਹਮਲਾਵਰਾਂ ਤੇ ਉਹਨਾਂ ਦੇ ਸਮਰਥਕਾਂ ਤੇ ਦੂਸਰੇ ਪਾਸੇ ਸੁਦੇਸ਼ੀ ਲੋਕਾਂ ਵਿੱਚ ਸੰਪਰਦਾਇਕ ਝਗੜੇ ਵੱਧਦੇ ਰਹੇ। ਕੁਝ ਪ੍ਰਬੁੱਧ ਹਾਕਮਾਂ ਨੇ ਇਹਨਾਂ ਦੇ ਮਤਭੇਦਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਤੇ ਰਣਜੀਤ ਸਿੰਘ ਜਿਹੇ ਕੁਝ ਆਰਜ਼ੀ ਤੌਰ ਤੇ ਥੋੜ੍ਹੇ ਸਮੇਂ ਲਈ ਸਫਲ ਵੀ ਹੋਏ, ਪਰੰਤੂ ਬਹੁਤਿਆਂ ਨੇ ਜਾਂ ਤਾਂ ਆਪਣਾ ਧਰਮ ਥੋਪਿਆ ਜਾਂ ਅੰਗਰੇਜ਼ਾਂ ਵਾਂਗ ਇਹਨਾਂ ਮਤਭੇਦਾਂ ਨੂੰ ਬੜੀ ਚਲਾਕੀ ਨਾਲ ਆਪਣੇ ਹਿੱਤ ਵਿੱਚ ਵਰਤਿਆ। ਜੇ ਕਦੇ ਬਕਰੀਦ ਦਾ ਤਿਉਹਾਰ, ਜਦੋਂ ਮੁਸਲਮਾਨ ਭੇਡਾਂ ਬੱਕਰੀਆਂ ਦੀ ਥਾਂ ਗਊਆਂ ਹਲਾਲ ਕਰਦੇ ਸਨ, ਗਊ ਦੀ ਪੂਜਾ ਕਰਨ ਵਾਲੇ ਹਿੰਦੂਆਂ ਸਿੱਖਾਂ ਦੇ ਵਿਰੋਧ ਬਿਨਾਂ ਲੰਘ ਜਾਂਦਾ, ਤਾਂ ਇਹ ਖੁਸ਼ਕਿਸਮਤੀ ਵਾਲੀ ਗੱਲ ਹੁੰਦੀ ਸੀ। ਕੋਈ ਘੱਟ ਹੀ ਮੌਕਾ ਹੁੰਦਾ ਸੀ ਕਿ ਜਦੋਂ ਹਿੰਦੂਆਂ ਸਿੱਖਾਂ ਦੇ ਸ਼ਰੀਲੇ ਜਲੂਸ ਮੁਸਲਮਾਨਾਂ ਨੂੰ ਚੜਾਉਣ ਲਈ ਮਸੀਤ ਕੋਲੋਂ ਜਾਣ-ਬੁੱਝ ਕੇ ਕੱਢੇ ਜਾਂਦੇ ਸਨ। ਉਹ ਮੁਸਲਮਾਨਾਂ ਦਾ ਗੁੱਸਾ ਭੜਕਾਉਣ ਵਿੱਚ ਕਾਮਯਾਬ ਨਾ ਹੋਣ ਤੇ ਉਹਨਾਂ ਉੱਪਰ ਪੱਥਰਬਾਜ਼ੀ ਨਾ ਹੋਵੇ। ਪੰਜਾਬ ਵਿੱਚ 1920 ਤੇ 1930 ਦੇ ਦਹਾਕੇ ਧਾਰਮਿਕ ਝਗੜਿਆਂ ਤੇ ਤਣਾਵਾਂ ਪੱਖੋਂ ਬੜੇ ਮੰਦਭਾਗੇ ਸਨ। ਆਰੀਆ ਸਮਾਜ ਦੀ ਸ਼ੁੱਧੀ ਦੀ ਲਹਿਰ ਦਾ ਮੁਕਾਬਲਾ ਮੁਸਲਮਾਨਾਂ ਦੀ ਤਨਜ਼ੀਮ ਨਾਲ ਸੀ। ਸਿੱਖਾਂ ਤੇ ਮੁਸਲਮਾਨਾਂ ਦੇ ਸਬੰਧ ਸ਼ਹੀਦਗੰਜ ਦੇ ਝਗੜੇ ਕਾਰਨ ਬੜੇ ਤਲਖ ਹੋ ਗਏ ਸਨ, ਜਿਸ ਬਾਰੇ ਮੁਸਲਮਾਨ ਦਾਅਵਾ ਕਰਦੇ ਸਨ ਕਿ ਇਹ ਮਸਜਿਦ ਹੈ ਤੇ ਸਿੱਖਾਂ ਦਾ ਦਾਅਵਾ ਸੀ ਕਿ ਇਹ ਗੁਰਦੁਆਰਾ ਸੀ। ਸਿੱਖ ਇਹ ਮੁਕੱਦਮਾ ਜਿੱਤ ਗਏ ਤੇ ਉਹਨਾਂ ਨੇ ਪੁਰਾਣੀ ਮਸਜਿਦ ਦੇ ਬਚੇ-ਖੁਚੇ ਹਿੱਸੇ ਢਾਹ ਦਿੱਤੇ, ਜਿਸ ਨਾਲ ਮੁਸਲਮਾਨਾਂ ਨੂੰ ਬਹੁਤ ਦੁੱਖ ਹੋਇਆ। ਸਿੱਖਾਂ ਦੇ ਲੰਬੀਆਂ ਕਿਰਪਾਨਾਂ ਪਹਿਨਣ ਦੀ ਜ਼ਿੱਦ ਕਾਰਨ ਮੁਸਲਮਾਨ ਹੋਰ ਭੜਕੇ। ਇਹਨਾਂ ਦਹਾਕਿਆਂ ਵਿੱਚ ਸੰਪਰਦਾਇਕ ਦਲਾਂ ਜਿਵੇਂ ਹਿੰਦੂਆਂ ਦੀ RSS, ਮੁਸਲਿਮ ਖਾਕਸਾਰਾਂ ਤੇ ਸਿੱਖ ਦਲਾਂ ਦਾ ਕਾਫੀ ਉਭਾਰ ਹੋਇਆ। ਸੰਪਰਦਾਇਕ ਹਿੰਸਾ ਪੇਂਡੂ ਖੇਤਰਾਂ ਨਾਲੋਂ ਸ਼ਹਿਰੀ ਖੇਤਰਾਂ ਵਿੱਚ ਵਧੇਰੇ ਸਪਸ਼ਟ ਸੀ। ਪਿੰਡ ਵਧੇਰੇ ਕਰਕੇ ਇੱਕੋ ਹੀ ਫਿਰਕੇ ਦੇ ਹੁੰਦੇ ਸਨ ਤੇ ਖੁੱਲ੍ਹੇ ਪੇਂਡੂ ਖੇਤਰਾਂ ਵਿੱਚ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਲੰਘਣ ਦੀ ਤੇ ਖਹਿਬਾਜ਼ੀ ਵਰਗੀ ਕੋਈ ਚੀਜ਼ ਨਹੀਂ ਸੀ। ਅਵਿਸ਼ਵਾਸ ਦੀ ਪਰੰਪਰਾ ਦੇ ਬਾਵਜੂਦ ਪੇਂਡੂ ਭਾਈਚਾਰੇ ਸ਼ਾਂਤੀ ਨਾਲ ਮਿਲ ਕੇ ਰਹਿੰਦੇ ਸਨ ਤੇ ਉਹਨਾਂ ਨੇ ਇੱਕ ਸੁਰਤਾ ਦਾ ਢਾਂਚਾ ਵੀ ਅਪਣਾਇਆ ਹੋਇਆ ਸੀ, ਜਿਸ ਨਾਲ ਸਾਂਝ ਦਾ ਢੌਂਗ ਬਣਿਆ ਰਹਿੰਦਾ ਸੀ। ਪਰ ਪਿੰਡਾਂ ਵਿੱਚ ਇੱਕ ਦੂਸਰੇ ਦੀ ਨੀਤੀ ਤੇ ਮਨੋਰਥਾਂ ਬਾਰੇ ਸ਼ੱਕ ਪੂਰੀ ਤਰ੍ਹਾਂ ਕਦੇ ਵੀ ਖਤਮ ਨਹੀਂ ਹੋਇਆ ਸੀ। ਬਰਾਦਰਾਨਾ ਜੱਫੀ ਵਿੱਚ ਖੰਜਰ ਦਾ ਡਰ ਲੁਕਿਆ ਹੁੰਦਾ ਸੀ। ਇਸ ਕਿਸਮ ਦੀ ਮਨੋਸਥਿਤੀ ਨੇ ਹੀ ਜਿਨ੍ਹਾਂ ਨੂੰ ਇਹ ਸਿਧਾਂਤ ਗ੍ਰਹਿਣ ਕਰਨ ਦਾ ਆਧਾਰ ਦਿੱਤਾ ਹੈ। ਭਾਰਤੀ ਇੱਕ ਕੌਮ ਨਹੀਂ, ਸਗੋਂ ਮੁਸਲਿਮ ਤੇ ਗੈਰ ਮੁਸਲਿਮ ਦੋ ਕੌਮਾਂ ਹਨ ਤੇ ਇਹ ਇਸ ਕਿਸਮ ਦੀ ਸੋਚ ਹੀ ਸੀ ਜੋ 1940ਵਿਆਂ ਵਿੱਚ ਭਾਰਤੀਆਂ ਦੀ ਬੁੱਧੀ ਨੂੰ ਕਾਬੂ ਕਰੀ ਬੈਠੀ ਸੀ। 1946-47 ਦੇ ਫਿਰਕੂ ਫਸਾਦ ਪਹਿਲਾਂ ਹੋਏ ਹਰ ਕਿਸਮ ਦੇ ਫਸਾਦਾਂ ਨਾਲੋਂ ਬਿਲਕੁਲ ਵੱਖਰੇ ਸਨ। ਉਸ ਸਮੇਂ ਤੱਕ ਤਾਂ ਇੱਕ ਦੂਸਰੇ ਤੇ ਲਾਠੀ ਮਾਰਨੀ ਜਾਂ ਪਿੱਠ ਪਿੱਛੋਂ ਛੁਰਾ ਮਾਰਨਾ ਜਾਂ ਉੱਪਰਲੀ ਛੱਤ ਤੋਂ ਖਲੋ ਕੇ ਤੇਜ਼ਾਬ ਦੀ ਬੋਤਲ ਸੁੱਟ ਦੇਣ ਦੇ ਛੋਟੇ-ਮੋਟੇ ਝਗੜੇ ਹੀ ਹੁੰਦੇ ਸਨ। ਕਦੇ ਘੱਟ ਹੀ ਬੰਦੂਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਲੋਕਾਂ ਦੇ ਸੱਟਾਂ ਲੱਗਦੀਆਂ ਸਨ ਤੇ ਕਈ ਵਾਰ ਉਹ ਜ਼ਖਮਾਂ ਕਰਕੇ ਮਰ ਵੀ ਜਾਂਦੇ ਸਨ। ਇਸਤਰੀਆਂ ਨਾਲ ਘੱਟ ਹੀ ਛੇੜਛਾੜ ਕਰਕੇ ਉਹਨਾਂ ਨੂੰ ਤੰਗ ਕੀਤਾ ਜਾਂਦਾ ਸੀ। ਬਿਰਧਾਂ ਤੇ ਬੱਚਿਆਂ ਨੂੰ ਉੱਕਾ ਹੀ ਖੇਮਾ ਕਰ ਦਿੱਤਾ ਜਾਂਦਾ ਸੀ। ਲੜਾਈ ਝਗੜਾ ਜਾਂ ਤਕਰਾਰ ਮਗਰੋਂ ਸਹੁੰ ਸੁਗੰਧਾਂ ਖਾ ਕੇ ਮੁੜ ਕੇ ਲੜਾਈ ਝਗੜਾ ਨਾ ਕਰਨ ਦਾ ਪਛਤਾਵਾ ਕੀਤਾ ਜਾਂਦਾ ਸੀ। ਪਰ ਇਸ ਦੇ ਉਲਟ ਜੋ 1946 ਤੇ 1947 ਵਿੱਚ ਵਾਪਰਿਆ, ਉਸ ਨੂੰ ਕਤਲੇਆਮ ਹੀ ਕਿਹਾ ਜਾ ਸਕਦਾ ਹੈ। ਕਿਸੇ ਨਾਲ ਵੀ ਲਿੰਗ ਜਾਂ ਉਮਰ ਕਾਰਨ ਲਿਹਾਜ਼ ਨਾ ਕੀਤਾ ਗਿਆ। ਪਹਿਲਾਂ ਫਸਾਦ ਗੁੰਡੇ ਹੀ ਕਰਦੇ ਸਨ, ਜਿਵੇਂ ਉਹਨਾਂ ਦੀ ਅਜ਼ਾਰੇਦਾਰੀ ਹੋਵੇ। 1946-47 ਦੇ ਕਤਲੇਆਮਾਂ ਪਿੱਛੇ ਸਿਆਸਤਦਾਨਾਂ ਦੇ ਦਿਮਾਗ ਸਨ ਤੇ ਸਮਾਜ ਦੇ ਸਾਰੇ ਵਰਗਾਂ ਦੇ ਦਲ ਸਟੇਨ ਗੰਨਾਂ ਤੇ ਗ੍ਰਨੇਡਾਂ ਨਾਲ ਲੈਸ ਹੋ ਕੇ ਇਹਨਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਸਨ। ਇਸ ਦਾ ਕਾਰਨ ਸਦਾ ਇੱਕ ਹੀ ਹੁੰਦਾ ਸੀ। ਵਿਰੋਧੀ ਦੂਸਰੀ ਧਿਰ ਤੇ ਝਗੜਾ ਛੇੜਨ ਦਾ ਇਲਜ਼ਾਮ ਲਾਉਂਦੇ ਤੇ ਆਪਣੇ ਆਪ ਨੂੰ ਇਸ ਬਹਾਨੇ ਨਿਰਦੋਸ਼ ਠਹਿਰਾਉਂਦੇ ਕਿ ਉਹਨਾਂ ਨੇ ਤਾਂ ਜਵਾਬੀ ਕਾਰਵਾਈ ਕੀਤੀ ਸੀ। ਹਿੰਦੂਆਂ ਤੇ ਮੁਸਲਮਾਨਾਂ ਦੇ ਘੋਲ ਵਿੱਚ ਸਿੱਖਾਂ ਦੀ ਸਥਿਤੀ ਅਜੀਬ ਸੀ। ਉਹਨਾਂ ਦਾ ਧਰਮ ਵੱਖਰਾ ਸੀ, ਪਰ ਉਹ ਹਿੰਦੂ ਸਮਾਜਿਕ ਵਿਵਸਥਾ ਦਾ ਹਿੱਸਾ ਸਨ। ਉਹ ਪੰਜਾਬ ਦੀ ਕਿਰਸਾਣੀ ਵਿੱਚ ਸਭ ਤੋਂ ਵੱਧ ਅਮੀਰ ਵਰਗ ਦਾ ਹਿੱਸਾ ਸਨ ਤੇ ਉਹ ਜੰਗਜੂ ਪਰੰਪਰਾ ਵਿੱਚ ਪਲੇ ਪੋਸਤੇ ਹੋਣ ਕਾਰਨ ਉਹ ਆਪਣੀ 13% ਗਿਣਤੀ ਦੇ ਟਾਕਰੇ ਵਧੇਰੇ ਜੋਸ਼ ਵਿੱਚ ਉਛਾਲੇ ਮਾਰਦੇ ਸਨ। ਸਿੱਖ ਬਹੁਤ ਵਾਰੀ ਸੁਲਾਗਰ ਦੀ ਭੂਮਿਕਾ ਅਦਾ ਕਰਦੇ ਸਨ, ਪਰ ਕਿਉਂਕਿ ਉਹਨਾਂ ਦੀ ਹਮਦਰਦੀ ਪ੍ਰਤੱਖ ਤੌਰ ਤੇ ਹਿੰਦੂਆਂ ਵੱਲ ਹੋਣ ਕਰਕੇ ਫਸਾਦ
ਹੋਰ ਵਧੇਰੇ ਭੜਕ ਪੈਂਦੇ, ਜਿਸ ਦੇ ਸਿੱਟੇ ਵਜੋਂ ਉਹਨਾਂ ਨੂੰ ਮੁਸਲਮਾਨ ਸੁਭਾਵਕ ਹੀ ਆਪਣੇ ਵਿਰੋਧੀ ਸਮਝਣ ਲੱਗ ਪਏ। ਹਰ ਹਾਲਤ ਵਿੱਚ ਮੁਸਲਮਾਨ ਇਹ ਸਮਝਣ ਲੱਗੇ ਕਿ ਪਾਕਿਸਤਾਨ ਵਿੱਚ ਲੋਕਾਂ ਨੇ ਅਮੀਰ ਬਣਨਾ ਹੈ, ਤਾਂ ਸਿੱਖ ਜਿਹੜੇ ਵਧੀਆ ਕਣਕ ਪੈਦਾ ਕਰਨ ਵਾਲੀ ਭੂਮੀ ਦੇ ਮਾਲਕ ਹਨ, ਉਹਨਾਂ ਨੂੰ ਉਸ ਜ਼ਮੀਨ 'ਚੋਂ ਬੇਦਖਲ ਕਰਨਾ ਹੋਵੇਗਾ। ਚੌਧਰੀ ਰਹਿਮਤ ਅਲੀ ਨੇ, ਜਿਸ ਨੇ ਸਭ ਤੋਂ ਪਹਿਲਾਂ ਪਾਕਿਸਤਾਨ ਦੀ ਕਲਪਨਾ ਕੀਤੀ ਸੀ, ਸਾਫ਼-ਸਾਫ਼ ਕਥਨ ਕੀਤਾ, ਘੱਟ ਗਿਣਤੀ ਵਾਲੇ ਚੱਕਰ ਤੋਂ ਬਚੋ। ਭਾਵ ਸਾਫ਼ ਹੈ ਕਿ ਭਾਵੇਂ ਸਾਨੂੰ ਅੰਗਰੇਜ਼ ਤੇ ਹਿੰਦੂ ਕਿੰਨੀਆਂ ਵੀ ਸੰਵਿਧਾਨਕ ਸੁਰੱਖਿਆਵਾਂ ਦੇਣ, ਅਸੀਂ ਆਪਣੀਆਂ ਘੱਟ ਗਿਣਤੀਆਂ ਨੂੰ ਹਿੰਦੂਆਂ ਦੇ ਦੇਸ਼ ਵਿੱਚ ਨਾ ਛੱਡੀਏ, ਕਿਉਂਕਿ ਕਿਸੇ ਵੀ ਸੁਰੱਖਿਆ ਨੂੰ ਉਸ ਰਾਸ਼ਟਰੀਅਤਾ ਦਾ ਸਥਾਨ ਨਹੀਂ ਦਿੱਤਾ ਜਾ ਸਕਦਾ ਜਿਹੜਾ ਉਹਨਾਂ ਦਾ ਜਮਾਂਦਰੂ ਹੱਕ ਹੈ। ਨਾ ਹੀ ਸਾਨੂੰ ਹਿੰਦੂ ਤੇ ਸਿੱਖ ਘੱਟ ਗਿਣਤੀਆਂ ਨੂੰ ਆਪਣੇ ਦੇਸ਼ ਵਿੱਚ ਰੱਖਣਾ ਚਾਹੀਦਾ ਹੈ, ਭਾਵੇਂ ਉਹ ਖੁਦ ਕਿਸੇ ਵੀ ਸੰਵਿਧਾਨਕ ਜ਼ਾਮਨੀ ਤੋਂ ਬਿਨਾਂ ਜਾਂ ਜ਼ਾਮਨੀ ਨਾਲ ਰਹਿਣ ਲਈ ਤਿਆਰ ਹੋਣ, ਕਿਉਂਕਿ ਉਹ ਕਦੇ ਵੀ ਸਾਡਾ ਅੰਗ ਨਹੀਂ ਬਣ ਸਕਦੇ। ਅਸਲੀਅਤ ਇਹ ਹੈ ਕਿ ਆਮ ਹਾਲਾਤ ਵਿੱਚ ਉਹ ਸਾਡੀ ਕੌਮੀ ਪੁਨਰ ਉਸਾਰੀ ਵਿੱਚ ਅੜਿੱਕਾ ਬਣਨਗੇ ਤੇ ਮੁਸ਼ਕਲ ਦੀ ਘੜੀ ਉਹ ਸਾਡੇ ਨਾਲ ਬੇਵਫਾਈ ਕਰਨਗੇ ਤੇ ਦੁਬਾਰਾ ਸਾਡੀ ਬਰਬਾਦੀ ਕਰਨਗੇ। ਇਸ ਵਿੱਚ ਹੈਰਾਨੀ ਦੀ ਗੱਲ ਨਹੀਂ ਸੀ ਕਿ ਸਿੱਖਾਂ ਦਾ ਪਾਕਿਸਤਾਨ ਬਾਰੇ ਦ੍ਰਿਸ਼ਟੀਕੋਣ ਕਰੜਾ ਤੇ ਦ੍ਰਿੜ ਵੈਰ ਭਾਵਨਾ ਦਾ ਸੀ, ਕਿਉਂਕਿ ਮੁਸਲਿਮ ਬਹੁਗਿਣਤੀ ਪਾਕਿਸਤਾਨ ਦੀ ਮੰਗ ਕਰਦੀ ਸੀ। ਸਿੱਖਾਂ ਦੀ ਪਾਕਿਸਤਾਨ ਦੀ ਵਿਰੋਧਤਾ ਨੂੰ ਮੁਸਲਮਾਨਾਂ ਨਾਲ ਦੁਸ਼ਮਣੀ ਸਮਝਿਆ ਗਿਆ। ਸਿੱਧੀ ਕਾਰਵਾਈ ਦਾ ਦਿਨ ਤੇ ਇਸ ਦਾ ਪ੍ਰਭਾਵ। ਫਸਾਦਾਂ ਦੇ ਸਿਲਸਿਲੇ ਵਿੱਚ ਪਹਿਲ ਉਦੋਂ ਸ਼ੁਰੂ ਹੋਈ ਜਦੋਂ ਮੁਸਲਿਮ ਲੀਗ ਨੇ ਕਲਕੱਤਾ ਵਿੱਚ ਸਿੱਧੀ ਕਾਰਵਾਈ ਦਾ ਦਿਨ ਆਯੋਜਿਤ ਕੀਤਾ। ਬੰਗਾਲ ਦੇ ਮੁੱਖ ਮੰਤਰੀ ਸੋਹਰਾਵਰਦੀ ਨੇ ਇਸ ਦਿਨ ਸਰਕਾਰੀ ਛੁੱਟੀ ਕਰ ਦਿੱਤੀ ਤੇ ਦੁਪਹਿਰ ਪਿੱਛੋਂ ਮੁਸਲਿਮ ਲੀਗ ਦਾ ਜਨਮ ਹੋਇਆ। ਜਲਸੇ ਤੋਂ ਪਰਤਦੇ ਹੋਏ ਮੁਸਲਮਾਨਾਂ ਦੇ ਹਜ਼ੂਮ ਹਿੰਦੂਆਂ ਨਾਲ ਲੜ ਪਏ। ਰਾਜਧਾਨੀ ਵਿੱਚ 4-5 ਦਿਨਾਂ ਲਈ ਸ਼ੁਰੂ ਹੋਈ ਹਿੰਸਾ ਨੇ ਜੀਵਨ ਗਤੀ ਰੋਕ ਦਿੱਤੀ। ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਕੁਝ ਦਿਨਾਂ ਵਿੱਚ 5,000 ਮਰੇ, 15,000 ਜ਼ਖਮੀ ਹੋਏ ਤੇ 1 ਲੱਖ ਬੇਘਰ ਹੋ ਗਏ। ਫਸਾਦ ਰੁਕ ਕੇ ਕਈ ਮਹੀਨਿਆਂ ਤੱਕ ਹੁੰਦੇ ਰਹੇ। 1946 ਵਿੱਚ ਕਲਕੱਤਾ ਵਿਖੇ ਸਿੱਖਾਂ ਦੀ ਗਿਣਤੀ 10-20 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ, ਜਿਨ੍ਹਾਂ ਵਿੱਚੋਂ ਬਹੁ ਗਿਣਤੀ ਟੈਕਸੀ ਡਰਾਈਵਰਾਂ ਤੇ ਛੋਟੇ ਦੁਕਾਨਦਾਰਾਂ ਦੀ ਸੀ। ਭਾਵੇਂ ਮੁਸਲਮਾਨ ਉਹਨਾਂ ਨੂੰ ਹਿੰਦੂਆਂ ਦਾ ਜੁਝਾਰੂ ਹਿੱਸਾ ਹੀ ਸਮਝਦੇ ਸਨ ਤੇ ਇਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਬਰਬਾਦ ਕਰਨ ਲਈ ਨਿਸ਼ਾਨਾ ਵੀ ਬਣਾਇਆ। ਯਾਨੀ ਪਹਿਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ ਸਿੱਖ ਮਾਰੇ ਵੀ ਗਏ ਸਨ, ਪਰ ਸਿੱਖ ਕਲਕੱਤੇ ਦੇ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਦਾ ਵਿਸ਼ਵਾਸ ਜਿੱਤਣ ਵਿੱਚ ਸਫਲ ਹੋ ਗਏ। ਉਹਨਾਂ ਨੇ ਦੋਹਾਂ ਫਿਰਕਿਆਂ ਦੇ ਘਿਰੇ ਹੋਏ ਲੋਕਾਂ ਨੂੰ ਛੁਡਾ ਕੇ ਉਹਨਾਂ ਨੂੰ ਗੁਰਦੁਆਰਿਆਂ ਵਿੱਚ ਸ਼ਰਨ ਦਿੱਤੀ। ਮੁੱਖ ਮੰਤਰੀ ਸੋਹਰਾਵਰਦੀ ਨੇ ਬਿਆਨ ਜਾਰੀ ਕਰਕੇ ਕਲਕੱਤਾ ਦੇ ਸਿੱਖਾਂ ਨੂੰ ਮੁਸਲਿਮ ਵਿਰੋਧੀ ਇਲਜ਼ਾਮਾਂ ਤੋਂ ਮੁਕਤ ਕੀਤਾ ਤੇ ਮੁਸਲਮਾਨਾਂ ਦੇ ਬਚਾਓ ਲਈ ਨਿਭਾਈ ਗਈ ਭੂਮਿਕਾ ਲਈ ਉਹਨਾਂ ਦੀ ਸ਼ਲਾਘਾ ਹੋਈ। ਕਲਕੱਤਾ ਦਾ ਕਤਲੇਆਮ ਭਾਰਤ ਦੇ ਕਈ ਭਾਗਾਂ ਵਿੱਚ ਤੇ ਖਾਸ ਕਰਕੇ ਬੰਬਈ ਤੇ ਅਹਿਮਦਾਬਾਦ ਵਿੱਚ ਫਸਾਦ ਭੜਕਾਉਣ ਲਈ ਇੱਕ ਸੰਕੇਤ ਸੀ। ਹੁਣ ਮੁਸਲਿਮ ਲੀਗ ਨੇ ਸਿਰਫ ਕਾਂਗਰਸ ਦੇ ਹੱਥ ਵਿੱਚ ਹਕੂਮਤ ਦੇਣ ਦਾ ਖਤਰਾ ਅਨੁਭਵ ਕਰਕੇ ਸਰਕਾਰ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। 15 ਅਕਤੂਬਰ 1946 ਨੂੰ ਕੇਂਦਰੀ ਮੰਤਰੀ ਮੰਡਲ ਦਾ ਪੁਨਰਗਠਨ ਕਰਕੇ ਉਸ ਵਿੱਚ 4 ਮੁਸਲਿਮ ਲੀਗੀ ਤੇ ਮੁਸਲਿਮ ਲੀਗ ਵੱਲੋਂ ਅਨੁਸੂਚਿਤ ਜ਼ਾਤੀਆਂ ਤੋਂ ਇੱਕ ਨਾਮਜ਼ਦ ਮੈਂਬਰ ਸ਼ਾਮਲ ਕੀਤੇ ਗਏ, ਪਰ ਇਸ ਨਾਲ ਹਿੰਸਾ ਵਿੱਚ ਕੋਈ ਫਰਕ ਨਾ ਪਿਆ। ਇਸ ਦੇ ਉਲਟ ਪੂਰਬੀ ਬੰਗਾਲ ਵਿੱਚ ਫਸਾਦ ਫਿਰ ਭੜਕ ਪਏ। ਨਵਾਖਲੀ ਤੇ ਟਿਪਰਾ ਦੇ 2 ਜ਼ਿਲ੍ਹੇ ਜੋ ਪ੍ਰਮੁੱਖ ਤੌਰ ਤੇ ਕ੍ਰਮਵਾਰ 81.35% ਤੇ 77% ਮੁਸਲਿਮ ਆਬਾਦੀ ਵਾਲੇ ਸਨ, ਉੱਤੋਂ ਕਰੋਪੀ ਦਾ ਸ਼ਿਕਾਰ ਹਿੰਦੂ ਹੀ ਹੋਏ। ਹਿੰਦੂਆਂ ਦੇ ਮਾਰੇ ਜਾਣ ਦੀਆਂ ਖਬਰਾਂ ਨਾਲ ਦੂਰ ਦਰਾਡੇ ਸ਼ਹਿਰਾਂ ਵਿੱਚ ਵੀ ਹਿੰਸਾ ਸ਼ੁਰੂ ਹੋ ਗਈ। ਫਿਰ ਇਹ ਬੇਮਿਸਾਲ ਕ੍ਰੋਧ ਤੇ ਉਗਰਤਾ ਨਾਲ ਬਿਹਾਰ ਵਿੱਚ ਭੜਕੀ, ਜਿੱਥੇ ਮੁਸਲਮਾਨਾਂ ਨਾਲੋਂ ਹਿੰਦੂਆਂ ਦੀ ਗਿਣਤੀ ਜ਼ਿਆਦਾ ਸੀ। ਮੁਸਲਮਾਨਾਂ ਦੀਆਂ ਬਿਹਾਰ ਵਿੱਚ ਹੋਈਆਂ ਮੌਤਾਂ ਦਾ ਅੰਦਾਜ਼ਾ 10,000 ਲਾਇਆ ਗਿਆ। ਗੜ੍ਹਮੁਕਤੇਸ਼ਵਰ ਵਿੱਚ ਕਤਲੇਆਮ ਤੇ ਮਾਰਧਾੜ ਵੀ ਉਨੀ ਹੀ ਭਿਆਨਕ ਸੀ, ਜਿੱਥੇ ਇੱਕ ਦਿਨ ਵਿੱਚ ਹੀ ਸੈਂਕੜੇ ਮੁਸਲਮਾਨ ਕਿਸਾਨਾਂ ਨੂੰ ਕਤਲ ਕਰ ਦਿੱਤਾ ਗਿਆ। ਕਲਕੱਤਾ, ਪੂਰਬੀ ਬੰਗਾਲ, ਬਿਹਾਰ, ਯੂਪੀ ਜਾਂ ਮੱਧ ਭਾਰਤ ਵਿੱਚ ਬਹੁਤ ਘੱਟ ਸਿੱਖ ਇਨ੍ਹਾਂ ਫਸਾਦਾਂ ਵਿੱਚ ਉਲਝੇ ਜਾਂ ਸ਼ਾਮਲ ਹੋਏ। ਪਹਿਲੀ ਵਾਰ ਸਿੱਖ 1946-47 ਦੀਆਂ ਸਰਦੀਆਂ ਵਿੱਚ ਹਜ਼ਾਰਾ ਯਾਨੀ ਉੱਤਰ ਪੱਛਮੀ ਸੀਮਾ ਪ੍ਰਾਂਤ ਵਿੱਚ ਹਿੰਸਾ ਦੀ ਘੁੰਮਣ ਘੇਰੀ ਵਿੱਚ ਫਸੇ, ਜਿੱਥੇ ਮੁਸਲਮਾਨਾਂ ਦੀ ਵਸੋਂ 95% ਸੀ। ਮੁਸਲਮਾਨ ਜੋ ਬਿਹਾਰ ਵਿੱਚ ਆਪਣੇ ਸਹਿਯੋਗੀਆਂ ਦੇ ਕਤਲਾਂ ਤੋਂ ਭੜਕੇ ਹੋਏ ਸਨ, ਉਹਨਾਂ ਨੇ ਸਿੱਖਾਂ ਤੋਂ ਬਦਲਾ ਲਿਆ। ਉੱਤਰ ਪੱਛਮੀ ਸੀਮਾ ਪ੍ਰਾਂਤ
ਯਾਨੀ ਰਾਵਲਪਿੰਡੀ, ਕੈਬਲਪੁਰ ਤੇ ਮੁਲਤਾਨ ਦੇ ਜ਼ਿਲ੍ਹੇ ਜਿੱਥੇ ਮਗਰੋਂ ਹਿੰਸਾ ਭੜਕੀ ਦੇ ਸਿੱਖ ਵਧੇਰੇ ਕਰਕੇ ਡਰਪੋਕ ਤੇ ਕੈਰ ਖੱਤਰੀ ਤੇ ਅਰੋੜਾ ਦੁਕਾਨਦਾਰ ਸਨ ਤੇ ਉਹ ਉਸ ਜੁਝਾਰਵਾਦ ਦਾ ਦਾਅਵਾ ਨਹੀਂ ਕਰਦੇ ਸਨ, ਜਿਸ ਕਾਰਨ ਉਹਨਾਂ ਦੇ ਜੱਟ ਸਹਿਧਰਮੀ ਉੱਗੇ ਸਨ। ਦਸੰਬਰ 1946 ਵਿੱਚ ਹਜ਼ਾਰਾ ਵਿੱਚ ਬਹੁਤ ਸਾਰੇ ਸਿੱਖ ਪਿੰਡ ਤਬਾਹ ਕਰ ਦਿੱਤੇ ਗਏ। ਸਿੱਖ ਸ਼ਰਨਾਰਥੀ ਕੇਂਦਰੀ ਤੇ ਪੂਰਬੀ ਪੰਜਾਬ ਵਿੱਚ ਆਉਣੇ ਸ਼ੁਰੂ ਹੋ ਗਏ ਤੇ ਆਪਣੇ ਨਾਲ ਹੀ ਕਤਲਾਂ, ਬਲਾਤਕਾਰੀਆਂ, ਅਗਵਾ ਕਰਨ ਤੇ ਜ਼ਬਰਦਸਤੀ ਧਰਮ ਬਦਲਣ ਦੀਆਂ ਕਹਾਣੀਆਂ ਲੈ ਕੇ ਆਏ। ਪ੍ਰਧਾਨ ਮੰਤਰੀ ਐਟਲੀ ਨੇ ਨਹਿਰੂ ਤੇ ਜਿਨਾਹ ਨੂੰ ਨਿੱਜੀ ਤੌਰ ਤੇ ਬੇਨਤੀ ਕੀਤੀ ਕਿ ਉਹ ਸ਼ਾਂਤੀ ਸਥਾਪਨਾ ਵਿੱਚ ਤੇ ਕਾਨੂੰਨ ਸਾਜ਼ ਅਸੈਂਬਲੀ ਦੀ ਸਥਾਪਨਾ ਲਈ ਹਕੂਮਤ ਦੇ ਸ਼ਾਂਤੀਪੂਰਵਕ ਤਬਾਦਲੇ ਲਈ ਸਹਿਯੋਗ ਦੇਣ। ਭਾਰਤੀ ਨੇਤਾਵਾਂ ਨੇ ਵੀ ਲੋਕਾਂ ਨੂੰ ਹਿੰਸਕ ਕਾਰਵਾਈਆਂ ਤੋਂ ਦੂਰ ਰਹਿਣ ਲਈ ਬੇਨਤੀ ਕੀਤੀ, ਪਰ ਕਿਸੇ ਨੇ ਉਹਨਾਂ ਦੀਆਂ ਅਪੀਲਾਂ ਦੀ ਕੋਈ ਪਰਵਾਹ ਨਾ ਕੀਤੀ। ਇਸ ਦੇ ਉਲਟ ਇਸ ਐਲਾਨ ਨੇ ਕਿ ਬਰਤਾਨੀਆ ਛੇਤੀ ਹੀ ਹਕੂਮਤ ਛੱਡ ਦੇਵੇਗਾ, ਅੱਗ ਹੋਰ ਭੜਕਾ ਦਿੱਤੀ ਤੇ ਫਸਾਦ ਹੋਰ ਤੇਜ਼ੀ ਨਾਲ ਸ਼ੁਰੂ ਕਰ ਦਿੱਤੇ ਗਏ। ਪੰਜਾਬ ਵਿੱਚ ਗ੍ਰਹਿ ਯੁੱਧ 1946 ਤੱਕ ਖਿਜ਼ਰ ਹਯਾਤ ਖਾਂ, ਜਿਸ ਨੂੰ ਮੁਸਲਿਮ ਲੀਗ ਵਿੱਚੋਂ ਜੂਨ 1944 ਵਿੱਚ ਕੱਢ ਦਿੱਤਾ ਗਿਆ ਸੀ, ਯੂਨੀਅਨਿਸਟ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਤੇ ਦੂਸਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਥੋੜ੍ਹੀ ਜਿਹੀ ਬਹੁਗਿਣਤੀ ਨਾਲ ਤਲਵਾਰ ਦੀ ਧਾਰ ਤੇ ਹਕੂਮਤ ਚਲਾਉਣ ਦੇ ਯੋਗ ਹੋਇਆ। ਪਰੰਤੂ ਪੰਜਾਬ ਸਰਕਾਰ ਫਿਰਕੂ ਜਜ਼ਬਾਤ ਦੇ ਵਧ ਰਹੇ ਹੜ੍ਹ ਦੇ ਅੱਗੇ ਹਾਰੀ ਹੋਈ ਲੜਾਈ ਲੜ ਰਹੀ ਸੀ। 24 ਜਨਵਰੀ 1947 ਵਿੱਚ ਇਸਨੇ ਇੱਕ ਹੁਕਮ ਪਾਸ ਕਰ ਦਿੱਤਾ, ਜਿਸ ਅਨੁਸਾਰ ਹਿੰਦੂ, ਆਰਐਸਐਸ, ਅਕਾਲੀ ਦਲ, ਮੁਸਲਿਮ ਲੀਗ ਦੇ ਨੈਸ਼ਨਲ ਗਾਰਡਾਂ ਦੀਆਂ ਨਿੱਜੀ ਸੇਵਾਵਾਂ ਤੇ ਪਾਬੰਦੀ ਲਾ ਦਿੱਤੀ ਗਈ। ਲੀਗ ਨੂੰ ਮੌਕਾ ਮਿਲ ਗਿਆ ਤੇ ਉਸਨੇ ਹੁਕਮ ਦੀ ਉਲੰਘਣਾ ਕਰਨ ਲਈ ਵਿਸ਼ਾਲ ਪ੍ਰਬੰਧ ਕਰ ਲਿਆ। ਕੁਝ ਦਿਨਾਂ ਪਿੱਛੋਂ ਪਾਬੰਦੀ ਹਟਾ ਲਈ ਗਈ ਤੇ ਉਲੰਘਣਾ ਦੇ ਦੋਸ਼ੀ ਮੁਸਲਿਮ ਨੇਤਾ ਰਿਹਾ ਕਰ ਦਿੱਤੇ ਗਏ। ਇਹ ਇੱਕ ਨਮੋਸ਼ੀ ਭਰਿਆ ਪਲਾਨ ਸੀ, ਜਿਸ ਦਾ ਅੰਤ ਪੂਰਨ ਤੇ ਮੰਦਭਾਗੇ ਆਤਮ ਸਮਰਪਣ ਵਿੱਚ ਹੋਇਆ। 2 ਮਾਰਚ 1946 ਨੂੰ ਖਿਜ਼ਰ ਹਯਾਤ ਖਾਨ ਨੇ ਆਪਣੀ ਸਰਕਾਰ ਦਾ ਤਿਆਗ ਪੱਤਰ ਦੇ ਦਿੱਤਾ। ਲਾਹੌਰ ਵਿੱਚ ਪੰਜਾਬ ਵਿਧਾਨ ਸਭਾ ਦੇ ਭਵਨ ਦੇ ਬਾਹਰ ਬੜੀ ਖਲਬਲੀ ਤੇ ਭੜਕਾਹਟ ਸੀ। ਮਾਸਟਰ ਤਾਰਾ ਸਿੰਘ ਨੇ ਇਕੱਠੇ ਹੋਏ ਹਜੂਮ ਸਾਹਮਣੇ ਮਿਆਨ ਚੋਂ ਤਲਵਾਰ ਕੱਢੀ ਤੇ ਪਾਕਿਸਤਾਨ ਮੁਰਦਾਬਾਦ ਦਾ ਨਾਅਰਾ ਲਾਇਆ। 2 ਦਿਨ ਮਗਰੋਂ ਹਿੰਦੂ ਸਿੱਖ ਵਿਦਿਆਰਥੀਆਂ ਦੇ ਜਲੂਸ ਦੀ ਲਾਹੌਰ ਦੇ ਬਾਜ਼ਾਰਾਂ ਵਿੱਚ ਮੁਸਲਮਾਨਾਂ ਦੇ ਹਜੂਮ ਨਾਲ ਟੱਕਰ ਹੋਈ। ਰਾਜਧਾਨੀ ਵਿੱਚ ਫਸਾਦਾਂ ਦੀ ਖਬਰ ਅੰਮ੍ਰਿਤਸਰ, ਰਾਵਲਪਿੰਡੀ, ਗੁਜਰਾਤ, ਮੁਲਤਾਨ ਤੇ ਕੈਬਲਪੁਰ ਵਿੱਚ ਗੜਬੜ ਦਾ ਸੰਕੇਤ ਸੀ। ਮਾਰਚ ਦੇ ਫਸਾਦਾਂ ਦਾ ਸਭ ਤੋਂ ਵੱਧ ਸ਼ਿਕਾਰ ਸਿੱਖ ਹੀ ਬਣੇ। ਚੋਰੀ ਨਾਲ ਕਾਤਲਾਨਾ ਹਮਲਾ ਕਰਨਾ, ਤੇਜ਼ੀ ਨਾਲ ਸ਼ਿਕਾਰ ਦੇ ਛੁਰਾ ਮਾਰ ਕੇ ਦੌੜਨ ਦਾ ਇਹੋ ਕਾਰਨ ਹੋ ਸਕਦਾ ਸੀ ਕਿ ਸਿੱਖ ਦੀ ਹਿੰਦੂ ਜਾਂ ਮੁਸਲਮਾਨ ਨਾਲੋਂ ਪਛਾਣ ਕਰਨੀ ਸੌਖੀ ਹੁੰਦੀ ਸੀ, ਕਿਉਂਕਿ ਜੇ ਹਿੰਦੂ ਜਾਂ ਮੁਸਲਮਾਨ ਆਪਣੇ ਖਾਸ ਲਿਬਾਸ ਵਿੱਚ ਨਾ ਹੋਣ ਤਾਂ ਉਹਨਾਂ ਨੂੰ ਤਾਂ ਇਹ ਵੇਖਣ ਲਈ ਨੰਗਿਆਂ ਕਰਨਾ ਪੈਂਦਾ ਸੀ ਕਿ ਉਹਦੀ ਸੁੰਨਤ ਹੋਈ ਹੈ ਜਾਂ ਨਹੀਂ, ਤੇ ਫਿਰ ਹੀ ਉਹਦੇ ਬਾਰੇ ਕੋਈ ਕਦਮ ਉਠਾਇਆ ਜਾ ਸਕਦਾ ਸੀ। ਸਿੱਖਾਂ ਨੂੰ ਬਹੁਤ ਬੁਰੀ ਮਾਰ ਪਈ। ਮਾਰਚ ਦੇ ਫਸਾਦਾਂ ਨੇ ਸਾਬਤ ਕਰ ਦਿੱਤਾ ਕਿ ਅਕਾਲੀ ਦਲ, ਅਕਾਲ ਫੌਜ ਜਾਂ ਅਕਾਲ ਸੈਨਾਵਾਂ ਦੀਆਂ ਕਥਿਤ ਸੈਨਾਵਾਂ ਕਾਗਜ਼ੀ ਸੰਸਥਾਵਾਂ ਸਨ ਤੇ ਉਹਨਾਂ ਦੇ ਨੇਤਾ ਕਾਗਜ਼ੀ ਸ਼ੇਰ ਸਨ। ਇਸ ਮਾਰ-ਧਾੜ ਵਿੱਚ ਪੁਲਿਸ ਦਾ ਸੰਪਰਦਾਇਕ ਝੁਕਾਅ ਇੱਕ ਖਾਸ ਕਾਰਨ ਸੀ। ਪੰਜਾਬ ਪੁਲਿਸ ਦਾ 74% ਹਿੱਸਾ ਮੁਸਲਮਾਨ ਸਨ। ਇਹਨਾਂ ਨਿਯਮਤ ਪੁਲਿਸੀਆਂ ਤੋਂ ਬਿਨਾਂ ਜੰਗ ਦੇ ਮੁੱਢਲੇ ਸਾਲਾਂ ਵਿੱਚ ਸਿਕੰਦਰ ਹਯਾਤ ਖਾਂ ਵੱਲੋਂ ਕਾਇਮ ਕੀਤੀ 6000 ਪੁਲਿਸ ਵੱਖਰੀ ਸੀ। ਇਹ ਵਧੀਕ ਪੁਲਿਸ ਜ਼ਿਆਦਾ ਕਰਕੇ ਮੁਸਲਮਾਨਾਂ ਦੀ ਹੀ ਸੀ ਤੇ ਗੈਰ ਮੁਸਲਮਾਨਾਂ ਨੂੰ ਸ਼ੱਕ ਸੀ ਕਿ ਇਹ ਪਾਕਿਸਤਾਨ ਵਾਸਤੇ ਫੌਜ ਦਾ ਮੁੱਢ ਸੀ। ਇਹ ਫਸਾਦ ਸਿੱਖਾਂ ਲਈ ਸਖਤ ਉਤੇਜਨਾ ਸੀ। ਜੋ ਭੈ ਉਹਨਾਂ ਦੇ ਨਾਮ ਨਾਲ ਜੁੜਿਆ ਸੀ, ਖਤਮ ਹੋ ਚੁੱਕਿਆ ਸੀ। ਉਹਨਾਂ ਦੀ ਜੁਝਾਰੂ ਤੇ ਜੰਗਜੂ ਵੀਰਤਾ ਪਤਨ ਉਨਮੁਖ ਤੇ ਨਿਗਰੀ ਹੋਈ ਜਾਤੀ ਦੀ ਅਤਕਥਨੀ ਹੀ ਸੀ। ਇਸ ਅਪਮਾਨ ਨੇ ਸਿੱਖ ਮਨਾਂ ਵਿੱਚ ਮੁਸਲਮਾਨਾਂ ਦੇ ਵਿਰੁੱਧ ਕਠੋਰਤਾ ਭਰ ਦਿੱਤੀ। ਉਹ ਹੁਣ ਸਮਝੌਤੇ ਦੀ ਥਾਂ ਬਦਲਾ ਲੈਣ ਦੇ ਰੌਹ ਵਿੱਚ ਸਨ। ਮੁੱਖ ਸਕੱਤਰ ਦੀ ਰਿਪੋਰਟ ਅਨੁਸਾਰ ਸਿੱਖ ਇਸ ਸੰਪਰਦਾਇਕ ਸਮੱਸਿਆ ਦੇ ਹੱਲ ਲਈ ਵੰਡ ਤੋਂ ਘੱਟ ਰਤਾ ਵੀ ਕਿਸੇ ਚੀਜ਼ ਲਈ ਤਿਆਰ ਨਹੀਂ ਸਨ ਤੇ ਉਹ ਝਗੜੇ ਬਖੇੜੇ ਲਈ ਆਪਣੇ ਆਪ ਨੂੰ ਜਥੇਬੰਦ ਕਰ ਰਹੇ ਸਨ। ਇਸ ਰਿਪੋਰਟ ਵਿੱਚ ਅੱਗੇ ਲਿਖਿਆ ਸੀ, ਉਹਨਾਂ ਦੀ ਯੋਜਨਾ ਵਿੱਚ ਸਾਰਾ ਪੰਜਾਬ ਸ਼ਾਮਲ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਵਿੱਚ ਸਿੱਖ ਰਿਆਇਤਾਂ ਵੀ ਸ਼ਾਮਲ ਹਨ। ਸਿੱਖਾਂ ਨੂੰ ਸੰਗਠਿਤ ਕੀਤਾ ਜਾ ਰਿਹਾ ਹੈ। ਜੋ ਪਹਿਲਾਂ ਹਥਿਆਰਬੰਦ ਨਹੀਂ ਹਨ, ਉਹਨਾਂ ਨੂੰ ਹਥਿਆਰਬੰਦ ਕੀਤਾ ਜਾ ਰਿਹਾ ਹੈ। ਉਹਨਾਂ ਵਿੱਚ ਮੌਖਿਕ ਤੇ ਲਿਖਤੀ ਸਾਧਨਾਂ ਰਾਹੀਂ ਪ੍ਰਚਾਰ ਕਰਕੇ ਉਹਨਾਂ ਨੂੰ ਭੜਕਾਇਆ ਜਾ ਰਿਹਾ ਹੈ। ਉਹਨਾਂ ਨੂੰ ਸੋਚੇ ਸਮਝੇ ਢੰਗ ਨਾਲ ਮੁਸਲਮਾਨਾਂ ਪ੍ਰਤੀ ਉਹਨਾਂ ਦੀ ਨਫ਼ਰਤ ਨੂੰ, ਮੁਸਲਮਾਨਾਂ ਹੱਥੋਂ ਉਹਨਾਂ ਦੇ ਸਹਿਧਰਮੀਆਂ ਉੱਪਰ ਹੋਏ ਜ਼ੁਲਮਾਂ ਦੀਆਂ ਕਹਾਣੀਆਂ ਸੁਣਾ ਕੇ ਵਧਾਇਆ ਜਾ ਰਿਹਾ ਹੈ।
ਸਿੱਖਾਂ ਬਾਰੇ ਮਹੱਤਵਪੂਰਨ ਸਵਾਲ ਇਹ ਨਹੀਂ ਕਿ ਜੇ ਉਹ ਲੜਨਗੇ ਤੇ ਕਦੋਂ ਲੜਨਗੇ। ਸਵਾਲ ਇਹ ਹੈ ਕਿ ਕੀ ਸਿੱਖ ਨੇਤਾ ਜਿਵੇਂ ਕਰ ਰਹੇ ਹਨ, ਉਹ ਆਪਣੇ ਅਨੁਯਾਈਆਂ ਨੂੰ ਕਾਬੂ ਹੇਠ ਰੱਖ ਕੇ ਅਨੁਸ਼ਾਸਨ ਰੱਖ ਸਕਣਗੇ। 13 ਅਪ੍ਰੈਲ 1947 ਦੀ ਵਿਸਾਖੀ ਨੂੰ ਤਾਰਾ ਸਿੰਘ ਤੇ 280 ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਤੇ ਪ੍ਰਤਿੱਗਿਆ ਕੀਤੀ ਕਿ ਉਹ ਆਪਣੇ ਫਿਰਕੇ ਲਈ ਜਾਨਾਂ ਵਾਰ ਦੇਣਗੇ। ਉਸ ਦਿਨ ਤੋਂ ਸਿੱਖਾਂ ਨੇ ਸ਼ਹਿਰੀ ਤੇ ਪਿੰਡਾਂ ਵਿੱਚ ਬੇਜਾਨ ਹੋਏ ਜਥਿਆਂ ਨੂੰ ਕਿਰਿਆਸ਼ੀਲ ਕਰਕੇ ਉਹਨਾਂ ਨੂੰ ਕਿਰਪਾਨਾਂ ਤੇ ਜੇ ਸੰਭਵ ਹੋ ਸਕਿਆ ਬੰਦੂਕਾਂ ਨਾਲ ਲੈਸ ਕੀਤਾ। ਅਚਾਨਕ ਹੀ ਨਿਹੰਗਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ। ਆਰਐਸਐਸ ਤੇ ਸਿੱਖ ਰਿਆਸਤਾਂ ਨਾਲ ਸੰਪਰਕ ਕਾਇਮ ਕੀਤਾ ਗਿਆ। ਹਰਿਮੰਦਰ ਸਾਹਿਬ ਦੇ ਦੂਸਰੇ ਗੁਰਦੁਆਰਿਆਂ ਦੀ ਸੁਰੱਖਿਆ ਲਈ ਆਜ਼ਾਦ ਹਿੰਦ ਫੌਜ ਦੇ ਮੈਂਬਰ ਭਰਤੀ ਕੀਤੇ ਗਏ। 50 ਲੱਖ ਰੁਪਇਆ ਰੱਖਿਆ ਫੰਡ ਇਕੱਠਾ ਕਰਨ ਲਈ ਮੁਹਿੰਮ ਚਲਾਈ ਗਈ। 22 ਮਾਰਚ 1947 ਨੂੰ ਲਾਰਡ ਮਾਊਂਟ ਬੈਟਨ ਨੇ ਲਾਰਡ ਵੇਵਲ ਤੋਂ ਵਾਇਸਰਾਏ ਵਜੋਂ ਕਾਰਜਭਾਰ ਸੰਭਾਲਿਆ। ਉਸ ਦਾ ਕਾਰਜ ਬਰਤਾਨਵੀ ਹੱਥਾਂ 'ਚੋਂ ਜਿੰਨੀ ਜਲਦੀ ਸੰਭਵ ਹੋ ਸਕੇ ਤਾਕਤ ਭਾਰਤੀ ਹੱਥਾਂ ਵਿੱਚ ਸੌਂਪਣੀ ਸੀ। ਉਸਨੇ ਆਪਣਾ ਕੰਮ ਵੱਖ-ਵੱਖ ਦਲਾਂ ਦੇ ਨੇਤਾਵਾਂ ਨੂੰ ਮਿਲ ਕੇ ਉਹਨਾਂ ਦੇ ਵਿਚਾਰ ਵੱਖ-ਵੱਖ ਉਪਾਵਾਂ ਬਾਰੇ ਜਾਣ ਕੇ ਕਿ ਕੀ ਉਹ ਸੰਯੁਕਤ ਭਾਰਤ ਦੇ ਹੱਕ ਵਿੱਚ ਹਨ ਜਾਂ ਪਾਕਿਸਤਾਨ ਚਾਹੁੰਦੇ ਹਨ, ਸ਼ੁਰੂ ਕਰ ਦਿੱਤਾ। ਉਹਨਾਂ ਨੇ ਪ੍ਰਾਂਤਕ ਗਵਰਨਰਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ। ਸਰ ਏਵਨਜ਼ ਜਿਨਕਿਪਸ ਨੇ ਉਸ ਨੂੰ ਸੁਚੇਤ ਕੀਤਾ ਕਿ ਫਿਰਕਾ ਪ੍ਰਸਤੀ ਦੇ ਆਧਾਰ ਤੇ ਪੰਜਾਬ ਦੀ ਵੰਡ ਤਬਾਹਕੁਨ ਹੋਏਗੀ, ਕਿਉਂਕਿ ਹਰ ਜ਼ਿਲ੍ਹੇ ਵਿੱਚ ਮੁਸਲਮਾਨ, ਹਿੰਦੂ ਤੇ ਸਿੱਖ ਬਹੁਤ ਚੰਗੀ ਤਰ੍ਹਾਂ ਮਿਸ਼ਰਤ ਹਨ, ਪਰੰਤੂ ਮੁਲਕ ਵਿੱਚ ਆਮ ਲੋਕ ਵੰਡ ਦੇ ਹੱਕ ਵਿੱਚ ਸਨ। ਕੇਂਦਰੀ ਵਿਧਾਨ ਮੰਡਲ, ਪੰਜਾਬ ਅਸੈਂਬਲੀ ਤੇ ਕਾਨੂੰਨ ਸਾਜ਼ ਅਸੈਂਬਲੀ ਦੇ ਸਿੱਖ ਤੇ ਹਿੰਦੂ ਮੈਂਬਰ ਦਿੱਲੀ ਵਿੱਚ ਇਕੱਠੇ ਹੋਏ ਤੇ ਉਹਨਾਂ ਨੇ ਪੰਜਾਬ ਦੀ ਵੰਡ ਵਸੋਂ ਤੇ ਜਾਇਦਾਦ ਦੇ ਆਧਾਰ ਤੇ ਨਿਆਂਪੂਰਵਕ ਤੇ ਉਚਿਤ ਢੰਗ ਨਾਲ ਕਰਨ ਦਾ ਮਤਾ ਪਾਸ ਕਰ ਦਿੱਤਾ। ਅਕਾਲੀਆਂ ਤੇ ਕਮਿਊਨਿਸਟਾਂ, ਜੋ ਕਿ ਪਾਕਿਸਤਾਨ ਦੇ ਸਮਰਥਕ ਸਨ, ਨੇ ਸਿੱਖ ਰਾਜ ਖਾਲਿਸਤਾਨ ਦਾ ਦਾਅਵਾ ਪੇਸ਼ ਕਰ ਦਿੱਤਾ। ਲਾਰਡ ਮਾਊਂਟਬੈਟਨ ਆਪਣੀ ਸਰਕਾਰ ਨੂੰ ਸਥਿਤੀ ਤੋਂ ਜਾਣੂ ਕਰਾਉਣ ਲਈ ਤੇ ਆਪਣੇ ਲਈ ਨਵਾਂ ਆਦੇਸ਼ ਲੈਣ ਲਈ ਇੰਗਲੈਂਡ ਮੁੜ ਗਿਆ। ਬਰਤਾਨਵੀ ਸਰਕਾਰ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਤੇ ਕਿਹਾ ਕਿ ਜੇ ਭਾਰਤੀਆਂ ਦੀ ਇਹੋ ਇੱਛਾ ਹੈ ਤਾਂ ਦੇਸ਼ ਦੀ ਵੰਡ ਕਰ ਦਿੱਤੀ ਜਾਵੇ। ਪੰਜਾਬ ਤੇ ਬੰਗਾਲ ਵਿੱਚ ਇਸ ਵਿਧੀ ਦੀ ਸਿਫਾਰਿਸ਼ ਕੀਤੀ ਗਈ ਕਿ ਉਹਨਾਂ ਦੀਆਂ ਸੰਬੰਧਿਤ ਵਿਧਾਨ ਸਭਾਵਾਂ ਨੂੰ 2 ਭਾਗਾਂ ਵਿੱਚ ਵੰਡ ਦਿੱਤਾ ਜਾਵੇ, ਇੱਕ ਵਿੱਚ ਮੁਸਲਿਮ ਬਹੁਗਿਣਤੀ ਦੇ ਜ਼ਿਲ੍ਹੇ ਹੋਣ ਤੇ ਦੂਸਰੇ ਲੋਕਾਂ ਲਈ ਬਾਕੀ ਦਾ ਪ੍ਰਾਂਤ। ਹਰ ਭਾਗ ਵੰਡ ਦੇ ਹੱਕ ਜਾਂ ਵਿਰੋਧ ਵਿੱਚ ਵੋਟ ਪਾਵੇਗਾ। ਜੇ ਕਿਸੇ ਭਾਗ ਨੇ ਵੀ ਵੰਡ ਦੇ ਹੱਕ ਵਿੱਚ ਵੋਟ ਪਾਈ ਤਾਂ ਹੱਦਬੰਦੀ ਲਈ ਕਮਿਸ਼ਨ ਕਾਇਮ ਕਰ ਦਿੱਤਾ ਜਾਵੇਗਾ। ਲਾਰਡ ਮਾਊਂਟਬੈਟਨ ਨੇ ਭਾਰਤ ਆ ਕੇ ਭਾਰਤੀ ਨੇਤਾਵਾਂ ਸਾਹਮਣੇ ਵੰਡ ਬਾਰੇ ਵੋਟਾਂ ਪਾਉਣ ਦੀ ਯੋਜਨਾ ਰੱਖੀ। ਉਸਨੇ ਆਪਣੇ ਪ੍ਰਾਰੰਭਿਕ ਭਾਸ਼ਣ ਵਿੱਚ ਸਿੱਖਾਂ ਦੀ ਸਥਿਤੀ ਬਾਰੇ ਖਾਸ ਸੰਕੇਤ ਦਿੱਤਾ, ਜਿਨ੍ਹਾਂ ਦੇ ਭਵਿੱਖ ਬਾਰੇ ਯਾਨੀ ਲਾਰਡ ਮਾਊਂਟਬੈਟਨ ਅਨੁਸਾਰ ਬਰਤਾਨਵੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਬਹੁਤ ਚਿੰਤਾ ਸੀ। ਵਾਇਸਰਾਏ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਉਸਨੇ ਕਈ ਵਾਰ ਸਿੱਖ ਨੇਤਾਵਾਂ ਨੂੰ ਪੁੱਛਿਆ ਹੈ ਕਿ ਕੀ ਉਹ ਸੱਚਮੁੱਚ ਹੀ ਪੰਜਾਬ ਦੀ ਵੰਡ ਚਾਹੁੰਦੇ ਹਨ, ਜਿਸ ਨਾਲ ਨਿਸ਼ਚਿਤ ਤੌਰ ਤੇ ਸਿੱਖ ਵਸੋਂ 2 ਹਿੱਸਿਆਂ ਵਿੱਚ ਵੰਡੀ ਜਾਏਗੀ, ਤੇ ਹਰ ਇੱਕ ਨੇਤਾ ਨੇ ਇਸ ਗੱਲ ਦਾ ਵਿਸ਼ਵਾਸ ਦਿੱਤਾ ਹੈ ਕਿ ਉਹ ਪਾਕਿਸਤਾਨ ਵਿੱਚ ਰਹਿਣ ਨਾਲੋਂ ਪੰਜਾਬ ਦੀ ਵੰਡ ਨੂੰ ਤਰਜੀਹ ਦੇਣਗੇ। ਕਾਂਗਰਸ ਤੇ ਮੁਸਲਿਮ ਲੀਗ ਤਾਂ ਸਿਧਾਂਤਕ ਰੂਪ ਵਿੱਚ ਤਜਵੀਜ਼ਾਂ ਨਾਲ ਸਹਿਮਤ ਹੋ ਗਈਆਂ। ਬਲਦੇਵ ਸਿੰਘ ਦੇ ਵਿਚਾਰ ਉਸਨੇ ਪਹਿਲਾਂ ਹੀ ਜਾਣ ਲਏ ਸਨ। ਹੁਣ ਤਾਂ ਉਸਨੇ ਇਹੋ ਕਹਿਣਾ ਹੈ ਕਿ ਹੱਦਬੰਦੀ ਕਮਿਸ਼ਨ ਦੀਆਂ ਸ਼ਰਤਾਂ ਤਿਆਰ ਕਰਦੇ ਸਮੇਂ ਸਿੱਖਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ। 3 ਜੂਨ ਦੀ ਰਾਤ ਨੂੰ ਵਾਇਸਰਾਏ ਨੇ ਸਿੱਖਾਂ ਦੀ ਤਕਦੀਰ ਬਾਰੇ ਬੜੀ ਭਾਵੁਕਤਾ ਨਾਲ ਪ੍ਰਸਾਰਣ ਵਿੱਚ ਜ਼ਿਕਰ ਕਰਦਿਆਂ ਕਿਹਾ, ਅਸੀਂ ਸਿੱਖਾਂ ਦੀ ਸਥਿਤੀ ਬਾਰੇ ਬੜੇ ਧਿਆਨ ਨਾਲ ਵਿਚਾਰ ਕੀਤੀ ਹੈ। ਇਹ ਬਹਾਦਰ ਫਿਰਕਾ ਪੰਜਾਬ ਦੀ ਵਸੋਂ ਦਾ 1/8 ਭਾਗ ਹੈ, ਪਰ ਇਹ ਇਸ ਤਰ੍ਹਾਂ ਖਿਲਰੇ ਹੋਏ ਹਨ ਕਿ ਕਿਸੇ ਤਰ੍ਹਾਂ ਵੀ ਇਸ ਪ੍ਰਾਂਤ ਦੀ ਵੰਡ ਕਰੀਏ ਉਹ ਵਿਭਾਜਿਤ ਹੋ ਜਾਣਗੇ। ਸਾਨੂੰ ਸਭ ਨੂੰ ਜੋ ਸਿੱਖ ਭਾਈਚਾਰੇ ਦੇ ਭਲੇ ਦੇ ਦਿਲੋਂ ਖੁਆਇਸ਼ਮੰਦ ਹਨ, ਇਸ ਗੱਲ ਦਾ ਅਫਸੋਸ ਹੈ ਕਿ ਪੰਜਾਬ ਦੀ ਵੰਡ ਜਿਸ ਦੀ ਉਹਨਾਂ ਆਪ ਮੰਗ ਕੀਤੀ ਹੈ, ਉਹਨਾਂ ਨੂੰ ਕਿਵੇਂ ਵੀ ਵਿਭਾਜਿਤ ਹੋਣ ਤੋਂ ਬਚਾ ਨਹੀਂ ਸਕਦੀ। ਇਹ ਹੱਦਬੰਦੀ ਕਮਿਸ਼ਨ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਹੱਦ ਤੱਕ ਵਿਭਾਜਿਤ ਹੁੰਦੇ ਹਨ, ਤੇ ਉਸ ਕਮਿਸ਼ਨ ਵਿੱਚ ਨਿਰਸੰਦੇਹ ਸਿੱਖਾਂ ਦੀ ਪ੍ਰਤੀਨਿਧਤਾ ਵੀ ਹੋਵੇਗੀ। ਅਗਲੇ ਦਿਨ ਉਸਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ਇਸ ਯੋਜਨਾ ਦੀਆਂ 2 ਮੁੱਖ ਧਿਰਾਂ ਹਨ, ਕਾਂਗਰਸ ਤੇ ਮੁਸਲਿਮ ਲੀਗ, ਪਰ ਇੱਕ ਹੋਰ ਫਿਰਕਾ ਵੀ ਹੈ ਜਿਸ ਦੀ ਗਿਣਤੀ ਤਾਂ ਬਹੁਤ ਥੋੜ੍ਹੀ ਹੈ, ਪਰ ਉਸ ਦੀ ਮਹੱਤਤਾ ਬਹੁਤ ਅਧਿਕ ਹੈ। ਉਹ ਹਨ ਸਿੱਖ।
ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਸਿੱਖ ਭਾਈਚਾਰੇ ਦੀ ਬੇਨਤੀ 'ਤੇ ਹੀ ਕਾਂਗਰਸ ਨੇ ਪੰਜਾਬ ਦੇ ਬਟਵਾਰੇ ਦਾ ਮਤਾ ਪੇਸ਼ ਕੀਤਾ ਹੈ ਅਤੇ ਤੁਹਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਉਸ ਮਤੇ ਰਾਹੀਂ ਉਹਨਾਂ ਨੇ ਪੰਜਾਬ ਨੂੰ ਬਹੁ ਗਿਣਤੀ ਮੁਸਲਿਮ ਤੇ ਗੈਰ ਮੁਸਲਿਮ ਖੇਤਰਾਂ ਵਿਚਕਾਰ ਵੰਡੇ ਜਾਣ ਦੀ ਇੱਛਾ ਵਿਅਕਤ ਕੀਤੀ ਹੈ। ਇਸ ਲਈ ਉਸ ਮਤੇ ਅਨੁਸਾਰ ਹੀ, ਜਿਸ ਦਾ ਸਿੱਖਾਂ ਨੇ ਸਮਰਥਨ ਕੀਤਾ ਹੈ, ਬਟਵਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਜਦੋਂ ਇਹ ਸੁਝਾਅ ਦਿੱਤਾ ਗਿਆ ਤਾਂ ਮੈਨੂੰ ਇਸ ਸਮੁੱਚੇ ਵਿਸਥਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਜਦੋਂ ਮੈਂ ਨਕਸ਼ਾ ਮੰਗਵਾ ਕੇ ਸਿੱਖ ਵਸੋਂ ਦੀ ਇਸ ਤਜਵੀਜ਼ ਅਨੁਸਾਰ ਵਸੋਂ ਦਾ ਖਿਲਾਰ ਦੇਖਿਆ ਤਾਂ ਮੈਂ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਸਿੱਖ ਭਾਈਚਾਰਾ ਦੋ ਬਰਾਬਰ ਦੇ ਭਾਗਾਂ ਵਿੱਚ ਵੰਡਿਆ ਜਾ ਚੁੱਕਾ ਹੈ। ਮੈਂ ਇੱਧਰ ਵੀ ਤੇ ਉੱਧਰ ਇੰਗਲੈਂਡ ਵਿੱਚ ਵੀ ਇਸ ਬਾਰੇ ਕਾਫੀ ਸਮਾਂ ਸੋਚ ਵਿਚਾਰ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਹੱਲ ਲੱਭਿਆ ਜਾਵੇ ਜਿਸ ਨਾਲ ਫਿਰਕੇ ਨੂੰ ਵੱਧ ਤੋਂ ਵੱਧ ਇੱਕ ਪਾਸੇ ਰੱਖਿਆ ਜਾਵੇ ਤੇ ਜਿਸ ਨਾਲ ਉਸ ਸੁਖਾਲੇ ਤੇ ਸਰਬਪੱਖੀ ਸਿਧਾਂਤ ਦਾ ਤਿਆਗ ਨਾ ਕੀਤਾ ਜਾਵੇ, ਜਿਸ ਹੱਲ ਦੀ ਇੱਕ ਧਿਰ ਮੰਗ ਕਰੇ ਤੇ ਦੂਸਰੀ ਧਿਰ ਉਸ ਨੂੰ ਪ੍ਰਵਾਨ ਕਰ ਲਵੇ। ਮੈਂ ਕੋਈ ਜਾਦੂਗਰ ਤਾਂ ਨਹੀਂ ਹਾਂ ਤੇ ਮੈਨੂੰ ਅਜਿਹਾ ਕੋਈ ਕਰਾਮਾਤੀ ਹੱਲ ਨਹੀਂ ਲੱਭਿਆ। ਲਾਰਡ ਮਾਊਂਟਬੈਟਨ ਨੂੰ ਪੁੱਛਿਆ ਗਿਆ ਕਿ ਉਸ ਸਿਧਾਂਤ ਦਾ ਮੂਲ ਆਧਾਰ ਜਿਸ ਅਨੁਸਾਰ ਪ੍ਰਾਂਤਾਂ ਦਾ ਬਟਵਾਰਾ ਕੀਤਾ ਜਾਣਾ ਹੈ, ਧਰਮ ਹੋਵੇਗਾ ਜਾਂ ਦੂਸਰੇ ਆਧਾਰਾਂ ਜਿਵੇਂ ਜਾਇਦਾਦ ਤੇ ਆਰਥਿਕ ਵਿਵਹਾਰਤਾ ਵੀ ਸੰਕੇਤਕ ਸ਼ਰਤਾਂ ਵਜੋਂ ਸ਼ਾਮਲ ਕੀਤੇ ਜਾਣਗੇ। ਮਾਊਂਟਬੈਟਨ ਨੇ ਉੱਤਰ ਦਿੱਤਾ ਕਿ ਇਸ ਗੱਲ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਲੇਬਰ ਸਰਕਾਰ ਜਾਇਦਾਦਾਂ ਨੂੰ ਧਿਆਨ ਵਿੱਚ ਰੱਖ ਕੇ ਬਟਵਾਰੇ ਦੀ ਸੰਮਤੀ ਦੇਵੇਗੀ। ਕੋਈ ਵੀ ਖਿਆਲ ਜੋ ਸਿੱਖ ਨੇਤਾਵਾਂ ਦੇ ਦਿਮਾਗ ਵਿੱਚ ਸੀ ਕਿ ਉਹ ਆਪਣੇ ਪੱਖ ਨੂੰ ਆਪਣੀਆਂ ਜ਼ਮੀਨਾਂ ਤੇ ਉਹਨਾਂ ਦੇ ਮਾਮਲੇ ਦੇ ਜ਼ੋਰ ਤੇ ਮਜ਼ਬੂਤੀ ਨਾਲ ਪੇਸ਼ ਕਰ ਸਕਣਗੇ, ਇਸ ਬਿਆਨ ਨਾਲ ਦੂਰ ਹੋ ਜਾਣਾ ਚਾਹੀਦਾ ਸੀ। ਪਰੰਤੂ ਉਹ ਆਪਣਿਆਂ ਮਨਪਸੰਦ ਭਰਮ ਭੁਲੇਖਿਆਂ ਵਿੱਚ ਅਟਲ ਰਹੇ। ਕੁਝ ਦਿਨ ਮਗਰੋਂ ਲਾਹੌਰ ਵਿੱਚ ਸਰਬ ਪਾਰਟੀ ਸੰਮੇਲਨ ਹੋਇਆ, ਜਿਸ ਵਿੱਚ ਉਹਨਾਂ ਨੇ ਇਹ ਮਤਾ ਪਾਸ ਕਰ ਦਿੱਤਾ ਕਿ ਉਹ ਅਜਿਹੀ ਹੱਦਬੰਦੀ ਪ੍ਰਵਾਨ ਨਹੀਂ ਕਰਨਗੇ ਜੋ ਸਿੱਖ ਫਿਰਕੇ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਨਹੀਂ ਰੱਖੇਗੀ। ਪੰਜਾਬ ਤੇ ਬੰਗਾਲ ਦੇ ਬਟਵਾਰੇ ਦਾ ਅਮਲ ਸਿੱਧਾ ਹੀ ਸ਼ੁਰੂ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਬੁਲਾਈ ਗਈ ਤੇ ਨਿਰੰਤਰ ਹੀ ਸਾਰੇ ਮੁਸਲਮਾਨ ਮੈਂਬਰ ਬਟਵਾਰੇ ਦੇ ਵਿਰੁੱਧ ਤੇ ਹਿੰਦੂ ਤੇ ਸਿੱਖ ਬਟਵਾਰੇ ਦੇ ਹੱਕ ਵਿੱਚ ਵੋਟ ਪਾਉਂਦੇ ਰਹੇ। ਸਰ ਰੈਡਕਲਿਫ ਦੀ ਪ੍ਰਧਾਨਗੀ ਹੇਠ ਹੱਦਬੰਦੀ ਕਮਿਸ਼ਨਾਂ ਦੀ ਨਿਯੁਕਤੀ ਕਰ ਦਿੱਤੀ ਗਈ। ਹਰ ਕਮਿਸ਼ਨ ਵਿੱਚ 4 ਜੱਜ ਸ਼ਾਮਲ ਸਨ, ਜਿਨ੍ਹਾਂ ਵਿੱਚ 2 ਮੁਸਲਮਾਨ ਤੇ 2 ਦੂਸਰਿਆਂ ਵਿੱਚੋਂ ਸਨ। ਸਿੱਖ ਮੈਂਬਰ ਪੰਜਾਬ ਹਾਈ ਕੋਰਟ ਦਾ ਜੱਜ ਤੇਜਾ ਸਿੰਘ ਸੀ। ਕਮਿਸ਼ਨ ਨੂੰ ਹਦਾਇਤ ਸੀ ਕਿ ਉਹ ਮੁਸਲਿਮ ਬਹੁ ਗਿਣਤੀ ਦੇ ਨਾਲ-ਨਾਲ ਮਿਲਦੇ ਖੇਤਰਾਂ ਨੂੰ ਨਿਰਧਾਰਤ ਕਰੇ ਤੇ ਅਜਿਹਾ ਕਰਦੇ ਸਮੇਂ ਹੋਰ ਪਹਿਲੂਆਂ ਦਾ ਖਿਆਲ ਵੀ ਰੱਖੇ। ਸਿੱਖਾਂ ਨੇ ਆਪਣੀ ਵਸੋਂ ਦੀ ਸਥਿਤੀ ਦੇ ਇਲਾਵਾ ਗੁਰਦੁਆਰਿਆਂ, ਘਰਾਂ ਤੇ ਪੱਛਮੀ ਪੰਜਾਬ ਵਿੱਚ ਆਪਣੀਆਂ ਜ਼ਮੀਨਾਂ ਦੀ ਸੁਰੱਖਿਆ ਲਈ ਹੱਦਬੰਦੀ ਕਮਿਸ਼ਨ ਵੱਲੋਂ ਦੂਸਰੇ ਪਹਿਲੂਆਂ ਦੀ ਮਦ ਨੂੰ ਧਿਆਨ ਵਿੱਚ ਰੱਖਣ ਉੱਪਰ ਟੇਕ ਲਾਈ ਹੋਈ ਸੀ। ਹੱਦਬੰਦੀ ਕਮਿਸ਼ਨ ਕੋਲ 32 ਸਿੱਖ ਮੈਂਬਰਾਂ ਦੇ ਦਸਤਖਤਾਂ ਵਾਲਾ ਯਾਦ ਪੱਤਰ ਪੇਸ਼ ਕੀਤਾ ਗਿਆ। ਇਸ ਵਿੱਚ ਜਨਗਣਨਾ ਰਿਪੋਰਟ ਦੀਆਂ ਗਲਤੀਆਂ, ਮੁਸਲਮਾਨ ਵਸੋਂ ਦੀ ਕਾਫੀ ਵੱਡੀ ਗਿਣਤੀ ਵਿੱਚ ਅਸਥਿਰਤਾ ਜਿਵੇਂ ਟੱਪਰੀਵਾਸ, ਪੱਛਮੀ ਪੰਜਾਬ ਵਿੱਚ ਨਹਿਰੀ ਆਬਾਦੀਆਂ ਦੀਆਂ ਉਪਜਾਊ ਭੂਮੀਆਂ ਉੱਪਰ ਸਿੱਖਾਂ ਦੀ ਮਾਲਕੀ ਤੇ ਉਹਨਾਂ ਦੇ ਕੁਝ ਬਹੁਤ ਹੀ ਮਹੱਤਵਪੂਰਨ ਗੁਰਦੁਆਰਿਆਂ ਦੀ ਸਥਿਤੀ ਆਦਿ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੇ ਗਏ। ਯਾਦ ਪੱਤਰ ਵਿੱਚ ਕਿਹਾ ਗਿਆ ਕਿ ਹੱਦਬੰਦੀ ਰੇਖਾ ਦਰਿਆ ਚਨਾਬ ਨੂੰ ਬਣਾਇਆ ਜਾਵੇ, ਜਿਸ ਵਿੱਚ ਥੋੜ੍ਹੀ ਬਹੁਤ ਤਬਦੀਲੀ ਕਰਨ ਨਾਲ 90% ਸਿੱਖ ਵਸੋਂ ਇਕਜੁੱਟ ਇਕਾਈ ਵਜੋਂ ਪੂਰਬੀ ਪੰਜਾਬ ਵਿੱਚ ਰੱਖੀ ਜਾ ਸਕੇਗੀ। ਮੁਸਲਮਾਨ ਪ੍ਰਤੀਨਿਧਾਂ ਵੱਲੋਂ ਨਾ ਸਿਰਫ ਲਾਹੌਰ, ਮੁਲਤਾਨ ਤੇ ਰਾਵਲਪਿੰਡੀ ਮੰਡਲ ਉੱਪਰ ਬਲਕਿ ਜਲੰਧਰ ਤੇ ਅੰਬਾਲਾ ਮੰਡਲਾਂ ਦੀਆਂ ਕਈ ਤਹਿਸੀਲਾਂ ਤੇ ਵੀ ਦਾਅਵਾ ਕੀਤਾ ਗਿਆ। ਮੁਸਲਿਮ ਤੇ ਗੈਰ ਮੁਸਲਿਮ ਜੱਜਾਂ ਦੇ ਸੀਮਾ ਰੇਖਾ ਬਾਰੇ ਵਿਚਾਰ ਬਿਲਕੁਲ ਵੱਖਰੇ-ਵੱਖਰੇ ਸਨ ਤੇ ਨਿਰਣਾ ਸਮੁੱਚੇ ਤੌਰ ਤੇ ਸਰ ਰੈਡਕਲਿਫ ਤੇ ਨਿਰਭਰ ਕਰਦਾ ਸੀ। ਉਸਨੇ ਪੂਰਬੀ ਪੰਜਾਬ ਨੂੰ 13 ਜ਼ਿਲ੍ਹੇ ਦੇ ਦਿੱਤੇ, ਜਿਸ ਵਿੱਚ ਅੰਬਾਲਾ ਤੇ ਜਲੰਧਰ ਮੰਡਲਾਂ ਦੇ ਜ਼ਿਲ੍ਹੇ, ਅੰਮ੍ਰਿਤਸਰ ਦਾ ਜ਼ਿਲ੍ਹਾ, ਲਾਹੌਰ ਤੇ ਗੁਰਦਾਸਪੁਰ ਦੀਆਂ ਕੁਝ ਤਹਿਸੀਲਾਂ ਸ਼ਾਮਲ ਸਨ। ਉਸਨੇ ਸਤਲੁਜ, ਬਿਆਸ ਤੇ ਰਾਵੀ ਦੇ ਉੱਪਰਲੇ ਪ੍ਰਭਾਵ ਖੇਤਰ ਵੀ ਪੂਰਬੀ ਪੰਜਾਬ ਨੂੰ ਦੇ ਦਿੱਤੇ। ਬਾਕੀ ਦੇ ਪ੍ਰਾਂਤ ਦਾ 62% ਖੇਤਰ ਤੇ 55% ਵਸੋਂ ਪਾਕਿਸਤਾਨ ਦੇ ਹਵਾਲੇ ਕਰ ਦਿੱਤੀ ਗਈ। ਰੈਡਕਲਿਫ ਦਾ ਨਿਰਣਾ ਹਿੰਦੂਆਂ ਤੇ ਮੁਸਲਮਾਨਾਂ ਲਈ ਤਾਂ ਨਿਆਂਪੂਰਨ ਸੀ। ਸਿੱਖ ਹੀ ਇੱਕ ਐਸਾ ਫਿਰਕਾ ਸੀ ਜਿਨ੍ਹਾਂ ਨਾਲ ਦੂਸਰੇ ਫਿਰਕਿਆਂ ਨਾਲ ਅਨਿਆਂ ਕੀਤੇ ਬਿਨਾਂ ਨਿਆਂ ਨਹੀਂ ਕੀਤਾ ਜਾ ਸਕਦਾ ਸੀ। ਉਹਨਾਂ ਦੀ ਸਭ ਤੋਂ ਵੱਧ ਉਪਜਾਊ ਭੂਮੀ, 150 ਤੋਂ ਵੱਧ ਇਤਿਹਾਸਕ ਗੁਰਦੁਆਰੇ ਤੇ ਉਹਨਾਂ ਦੀ ਅੱਧੀ ਵਸੋਂ ਵੰਡ ਰੇਖਾ ਤੋਂ ਪਾਰ ਪਾਕਿਸਤਾਨ ਵਿੱਚ ਰਹਿ ਗਈ ਸੀ।
ਜਦੋਂ ਸੀਮਾ ਕਮਿਸ਼ਨ ਵਿਚਾਰ ਚਰਚਾ ਕਰ ਰਿਹਾ ਸੀ ਤਾਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਵਿਗੜਨੀ ਸ਼ੁਰੂ ਹੋ ਗਈ। ਮਾਰਚ ਦੇ ਫਸਾਦਾਂ ਤੋਂ ਮਗਰੋਂ ਹੀ ਜੁਝਾਰੂ ਜਥੇਬੰਦੀਆਂ ਨੇ ਹਥਿਆਰ ਇਕੱਠੇ ਕਰਨ ਤੇ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੋਈ ਸੀ। ਜਦੋਂ ਮੁਸਲਮਾਨ ਉੱਤਰ ਪੱਛਮੀ ਸੀਮਾ ਪ੍ਰਾਂਤ ਦੇ ਕਬਾਇਲੀ ਖੇਤਰਾਂ ਦੇ ਬਹਾਵਲਪੁਰ ਰਿਆਸਤ ਵਿੱਚੋਂ ਹਥਿਆਰ ਇਕੱਠੇ ਕਰਨ ਵਿੱਚ ਲੱਗੇ ਹੋਏ ਸਨ, ਸਿੱਖਾਂ ਨੇ ਹਥਿਆਰ ਸਿੱਖ ਰਿਆਸਤਾਂ ਖਾਸ ਕਰਕੇ ਪਟਿਆਲਾ, ਕਪੂਰਥਲਾ ਤੇ ਫਰੀਦਕੋਟ ਤੋਂ ਇਕੱਠੇ ਕਰ ਲਏ। ਸਿੱਖਾਂ ਦੀ ਜੁਝਾਰੂ ਸ਼ਕਤੀ ਦਾ ਗਠਨ ਮੁੱਖ ਰੂਪ ਵਿੱਚ ਪਿੰਡਾਂ ਵਿੱਚ ਜੱਥੇ ਬਣਾ ਕੇ ਉਹਨਾਂ ਨੂੰ ਕਿਰਪਾਨਾਂ ਤੇ ਨੇਜ਼ਿਆਂ ਨਾਲ ਲੈਸ ਕਰਨਾ ਸੀ। ਇਹ ਸਾਫ਼ ਦਿਖਾਈ ਦੇ ਰਿਹਾ ਸੀ ਕਿ ਜਦੋਂ ਵੀ ਵੰਡ ਦੀ ਰੇਖਾ ਉਲੀਕ ਦਿੱਤੀ ਗਈ, ਸਾਰੇ ਫਿਰਕੇ ਇੱਕ ਦੂਸਰੇ ਨਾਲ ਜੰਗ ਵਿੱਚ ਉਲਝ ਜਾਣਗੇ ਤੇ ਆਖਰ ਵਸੋਂ ਦਾ ਤਬਾਦਲਾ ਕਰਨਾ ਪਵੇਗਾ। ਇਸ ਸਮੱਸਿਆ ਦਾ ਸਮਾਧਾਨ ਕਰਨ ਲਈ ਵਿਭਾਜਨ ਸੰਮਤੀ ਕਾਇਮ ਕਰ ਦਿੱਤੀ ਗਈ। ਇੱਕ ਹੱਦਬੰਦੀ ਫੌਜ ਮੇਜਰ ਜਨਰਲ ਗੰਜ ਦੇ ਅਧੀਨ ਕਾਇਮ ਕਰ ਦਿੱਤੀ ਗਈ, ਜਿਸ ਦੇ ਸਹਾਇਕ ਬ੍ਰਿਗੇਡੀਅਰ ਦਿਗੰਬਰ ਸਿੰਘ ਬਰਾੜ, ਭਾਰਤ ਤੇ ਕਰਨਲ ਅਯੂਬ ਖਾਂ, ਜੋ ਮਗਰੋਂ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਸਨ। ਉਹਨਾਂ ਅਧੀਨ ਫੌਜ ਦੀਆਂ 2.5 ਡਿਵੀਜ਼ਨਾਂ ਯਾਨੀ ਟੁਕੜੀਆਂ ਸਨ ਤੇ ਉਹਨਾਂ ਨੂੰ ਸਿਆਲਕੋਟ, ਲਾਇਲਪੁਰ, ਮਿੰਟਗੋਮਰੀ, ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਫਿਰੋਜ਼ਪੁਰ ਤੇ ਲੁਧਿਆਣੇ ਦੇ ਜ਼ਿਲ੍ਹਿਆਂ ਦੀ ਆਬਾਦੀ ਦੀ ਨਕਲੋ ਹਰਕਤ ਤੇ ਆਵਾਜਾਈ ਦੇ ਨਿਯੰਤਰਣ ਦਾ ਕਾਰਜ ਸੌਂਪ ਦਿੱਤਾ ਗਿਆ। 15 ਅਗਸਤ 1947 ਨੂੰ ਜਦੋਂ ਭਾਰਤ ਨੇ ਆਪਣੀ ਸੁਤੰਤਰਤਾ ਦਾ ਜਸ਼ਨ ਮਨਾਇਆ, 1 ਕਰੋੜ ਪੰਜਾਬੀ ਇੱਕ ਦੂਸਰੇ ਦਾ ਗਲ ਵੱਢ ਰਹੇ ਸਨ। ਪੂਰਬੀ ਪੰਜਾਬ ਵਿੱਚ ਮੁਸਲਿਮ ਪੁਲਿਸ ਭੰਗ ਕਰ ਦਿੱਤੀ ਗਈ ਸੀ ਤੇ ਮੁਸਲਮਾਨ ਸਿੱਖਾਂ ਦੇ ਲੁਟੇਰੇ ਦਲਾਂ ਤੇ ਆਰਐਸਐਸ ਦੀ ਰਜ਼ਾਕਾਰ ਸੈਨਾ ਦੇ ਰਹਿਮ ਤੇ ਰਹਿ ਗਏ ਸਨ। ਸਤੰਬਰ 1947 ਵਿੱਚ ਸਿੱਖ ਹਿੰਸਾ ਸਿਖਰ ਤੇ ਪਹੁੰਚ ਗਈ ਸੀ। ਸੀਮਾ ਬਲ ਦੇ ਜਨਰਲ ਰੀਜ ਨੇ ਸੂਚਿਤ ਕੀਤਾ, 20-30 ਵਿਅਕਤੀਆਂ ਤੋਂ ਲੈ ਕੇ 500-600 ਆਦਮੀਆਂ ਤੇ ਨਿਰਭਰ ਜੱਥੇ ਸਨ। ਜਦੋਂ ਕੋਈ ਮੁਹਿੰਮ ਕਿਸੇ ਛੋਟੇ ਜਿਹੇ ਕਾਰਜ ਲਈ ਹੁੰਦੀ ਤਾਂ ਜੱਥੇ ਉਤਨੇ ਕੁ ਆਦਮੀਆਂ ਦੇ ਹੁੰਦੇ ਜਿਤਨੇ ਉਹ ਆਰੰਭ ਵਿੱਚ ਹੁੰਦੇ ਸਨ। ਪਰ ਜੇ ਕੋਈ ਕਾਰਵਾਈ ਕਿਸੇ ਪਿੰਡ ਤੇ ਹਮਲਾ ਕਰਨ ਬਾਰੇ ਹੁੰਦੀ ਜਾਂ ਗੱਡੀ ਜਾਂ ਕਾਫਲਾ ਲੁੱਟਣਾ ਹੁੰਦਾ ਤਾਂ ਸਥਾਨਕ ਪਿੰਡਾਂ ਦੇ ਲੋਕ ਵੀ ਹਮਲਾਵਰਾਂ ਨਾਲ ਰਲ ਜਾਂਦੇ ਤੇ ਗਿਣਤੀ 1000 ਤੱਕ ਹੋ ਜਾਂਦੀ। ਉਹਨਾਂ ਦੇ ਨੇਤਾ ਨਿਸ਼ਚਿਤ ਉੱਗੇ ਹੁੰਦੇ ਸਨ। ਉਹਨਾਂ ਦੇ ਹੈੱਡਕੁਆਰਟਰ ਬਦਲਦੇ ਰਹਿੰਦੇ ਤੇ ਸੰਦੇਸ਼ਵਾਹਕ ਪੈਦਲ, ਘੋੜਿਆਂ ਜਾਂ ਮੋਟਰਾਂ ਤੇ ਪਹੁੰਚਦੇ। ਪਿੰਡਾਂ ਤੇ ਹਮਲੇ ਕਰਨ ਤੋਂ ਬਿਨਾਂ ਹਮਲੇ ਘਾਤ ਲਾ ਕੇ ਵੀ ਕੀਤੇ ਜਾਂਦੇ। ਕਾਫਲਿਆਂ ਜਾਂ ਗੱਡੀਆਂ ਦੇ ਜਾਣ ਦੀ ਸੂਚਨਾ ਪ੍ਰਾਪਤ ਕਰਨੀ ਔਖੀ ਨਹੀਂ ਸੀ ਹੁੰਦੀ, ਕਿਉਂਕਿ ਫਸਲਾਂ ਕਾਫੀ ਉੱਚੀਆਂ ਸਨ। ਇਸ ਕਰਕੇ ਘਾਤ ਲਾ ਕੇ ਸ਼ਰਨਾਰਥੀਆਂ ਦੇ ਦਲਾਂ ਤੇ ਹਮਲਾ ਕਰਨਾ ਔਖਾ ਨਹੀਂ ਸੀ। ਹਮਲਾ ਕਰਨ ਵਾਲੇ ਆਖਰੀ ਪਲ ਤੱਕ ਲੁਕੇ ਰਹਿੰਦੇ ਤੇ ਫਿਰ ਉਹ ਉੱਤਰ ਪੱਛਮੀ ਸੀਮਾ ਦੇ ਢੰਗ ਅਨੁਸਾਰ ਉਲਟੇ ਪਾਸੇ ਉਡੀਕ ਵਿੱਚ ਬੈਠੇ ਜ਼ੋਰਦਾਰ ਧਾਵਾ ਕਰਕੇ ਹਮਲਾ ਕਰ ਦਿੰਦੇ। ਉਹਨਾਂ ਦੇ ਨਾਲ ਰੱਖਿਆ ਕਰਕੇ ਲਿਜਾ ਰਹੀ ਸੈਨਾ ਦੀ ਉਹਨਾਂ ਨੂੰ ਇਕੱਠੇ ਰੱਖਣ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਸ਼ਰਨਾਰਥੀ ਘਬਰਾਹਟ ਵਿੱਚ ਖਿੰਡ ਪੁੱਟ ਜਾਂਦੇ ਤੇ ਘਾਤ ਲਾ ਕੇ ਬੈਠੇ ਦਲ ਉਹਨਾਂ ਤੇ ਤਲਵਾਰਾਂ ਤੇ ਨੇਜ਼ਿਆਂ ਨਾਲ ਟੁੱਟ ਪੈਂਦੇ। ਹਮਲਾ ਕਰਨ ਵਾਲੇ ਉਹਨਾਂ ਵਿੱਚ ਪੂਰੀ ਤਰ੍ਹਾਂ ਰਲ ਮਿਲ ਜਾਂਦੇ ਜਿਨ੍ਹਾਂ ਤੇ ਆਕਰਮਣ ਕੀਤਾ ਗਿਆ ਹੁੰਦਾ ਤੇ ਰੱਖਿਅਕ ਆਪਣੇ ਸਪੁਰਦ ਲੋਕਾਂ ਦੀ ਰੱਖਿਆ ਕਰਨ ਵਿੱਚ ਨਾਕਾਮਯਾਬ ਰਹਿ ਜਾਂਦੇ। ਭਾਰਤ ਤੇ ਪਾਕਿਸਤਾਨ ਵਿੱਚ ਦੋਹੀਂ ਪਾਸੀਂ ਭਿਆਨਕ ਜ਼ੁਲਮ ਢਾਏ ਗਏ। ਪੈਦਲ ਤੁਰ ਥੱਕੇ ਹੋਏ ਸ਼ਰਨਾਰਥੀਆਂ ਤੇ ਉਦੋਂ ਤੱਕ ਹਮਲੇ ਕੀਤੇ ਜਾਂਦੇ ਜਦ ਤੱਕ ਸੜਕਾਂ ਲਾਸ਼ਾਂ ਨਾਲ ਨਾ ਭਰ ਜਾਂਦੀਆਂ। ਗੱਡੀਆਂ ਤੇ ਹਮਲੇ ਕੀਤੇ ਗਏ ਤੇ ਲਾਸ਼ਾਂ ਨਾਲ ਭਰੇ ਡੱਬੇ ਕਤਲ ਹੋਏ ਮੁਸਾਫਰਾਂ ਨਾਲ ਸਰਹੱਦੋਂ ਪਾਰ ਭੇਜੇ ਜਾਂਦੇ। ਬਿਮਾਰ ਤੇ ਬਿਰਧਾਂ ਨੂੰ ਤੇ ਇੱਥੋਂ ਤੱਕ ਕਿ ਮਾਸੂਮਾਂ ਨੂੰ ਵੀ ਬਖਸ਼ਿਆ ਨਾ ਗਿਆ। ਕਈ ਵਾਰ ਜਵਾਨ ਇਸਤਰੀਆਂ ਨੂੰ ਇਸ ਕਰਕੇ ਛੱਡ ਲਿਆ ਜਾਂਦਾ ਕਿਉਂਕਿ ਉਹਨਾਂ ਦਾ ਅਪਹਰਨ ਕਰਕੇ ਉਹਨਾਂ ਨੂੰ ਨਾਲ ਲਿਜਾਣਾ ਹੁੰਦਾ ਸੀ। ਸੰਸਾਰ ਦੇ ਇਤਿਹਾਸ ਵਿੱਚ ਵਸੋਂ ਦਾ ਇਤਨਾ ਭਾਰੀ ਤਬਾਦਲਾ ਇਤਨੇ ਖੂਨ ਖਰਾਬੇ ਨਾਲ ਕਦੇ ਨਹੀਂ ਹੋਇਆ ਸੀ। ਫਿਰ ਪੂਰੇ ਜ਼ੋਰ ਨਾਲ ਬਾਰਿਸ਼ਾਂ ਸ਼ੁਰੂ ਹੋ ਗਈਆਂ। ਦਰਿਆਵਾਂ ਵਿੱਚ ਪਾਣੀ ਚੜ੍ਹ ਗਿਆ, ਸੜਕਾਂ ਪਾਣੀ ਵਿੱਚ ਰੁੜ ਗਈਆਂ, ਪੁਲ ਬਹਿ ਗਏ, ਰੇਲ ਪਟੜੀਆਂ ਵੀ ਟੁੱਟ ਗਈਆਂ। ਸ਼ਰਨਾਰਥੀਆਂ ਦੇ ਕੈਂਪਾਂ ਵਿੱਚ ਹੈਜ਼ਾ ਫੁੱਟ ਪਿਆ। ਹੜ੍ਹਾਂ ਨੇ ਧਰਤੀ ਤੋਂ ਲਹੂ ਦੇ ਨਿਸ਼ਾਨ ਮਿਟਾ ਦਿੱਤੇ। ਹਿਜਰਤ ਤੇ ਪੂਰਬੀ ਭਾਰਤ ਵਿੱਚ ਪੁਨਰਵਾਸ। 1946-47 ਦੀਆਂ ਸਰਦੀਆਂ ਵਿੱਚ ਉੱਤਰ ਪੱਛਮੀ ਸੀਮਾ ਪ੍ਰਾਂਤ ਤੋਂ ਸਿੱਖ ਸ਼ਰਨਾਰਥੀ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵੱਲ ਸਫ਼ਰ ਕਰਕੇ ਆਉਣੇ ਸ਼ੁਰੂ ਹੋ ਗਏ। ਮਾਰਚ 1947 ਵਿੱਚ ਸ਼ੁਰੂ ਹੋਏ ਹਿੰਸਾ ਦੇ ਦੂਸਰੇ ਦੌਰ ਨੇ ਇਹ ਸਿੱਧ ਕਰ ਦਿੱਤਾ ਕਿ ਲਾਹੌਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚ ਵੀ ਮੁਸਲਮਾਨ ਲੁਟੇਰੇ ਹਿੰਦੂ ਸਿੱਖ ਬਦਮਾਸ਼ਾਂ ਨਾਲੋਂ ਬਿਹਤਰ ਹਾਲਤ ਵਿੱਚ ਸਨ। ਉਹਨਾਂ ਦਾ ਹੱਥ ਉੱਪਰ ਸੀ। ਸ਼ਰਨਾਰਥੀਆਂ ਨੇ ਆਪਣਾ ਸਫ਼ਰ ਦੱਖਣ ਪੂਰਬੀ ਜ਼ਿਲ੍ਹਿਆਂ ਵੱਲ ਜਾਰੀ ਰੱਖਿਆ, ਜਿੱਥੇ ਉਹਨਾਂ ਦੇ ਸਹਿ ਧਰਮੀਆਂ ਦੀ ਅਧਿਕਤਾ ਕਾਰਨ ਉਹਨਾਂ ਵਿੱਚ ਸੁਰੱਖਿਆ ਦਾ ਅਹਿਸਾਸ ਸੀ।
ਅਗਸਤ ਵਿੱਚ ਫਸਾਦ ਗ੍ਰਹਿ ਯੁੱਧ ਦਾ ਰੂਪ ਧਾਰ ਗਏ। ਉਹਨਾਂ ਨੇ ਆਪਣਾ ਸਮਾਨ ਫਿਰ ਬੰਨ੍ਹਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਗੂਆਂ ਦੇ ਅਗਲੇ ਹੁਕਮ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਦੋਵੇਂ ਹੀ ਵੰਡ ਯੋਜਨਾ ਦੇ ਮੋਢੀ ਨੇ। ਪਹਿਲਾਂ ਤਾਂ ਪੱਛਮੀ ਪੰਜਾਬ ਦੇ ਸਿੱਖਾਂ ਨੂੰ ਜਿੱਥੇ-ਜਿੱਥੇ ਉਹ ਹਨ ਉੱਥੇ ਟਿਕੇ ਰਹਿਣ ਦੀ ਨਸੀਹਤ ਕੀਤੀ ਤੇ ਪਾਕਿਸਤਾਨ ਨਾਲ ਸਮਝੌਤਾ ਕਰਨ ਲਈ ਕਿਹਾ। ਮਹਾਤਮਾ ਗਾਂਧੀ ਨੇ ਉਹ ਜਿਹੀਆਂ ਅਪੀਲਾਂ ਪੂਰਬੀ ਪੰਜਾਬ ਦੇ ਮੁਸਲਮਾਨਾਂ ਨੂੰ ਭਾਰਤ ਵਿੱਚ ਟਿਕੇ ਰਹਿਣ ਲਈ ਕੀਤੀਆਂ, ਪਰ ਸੂਬੇ ਵਿੱਚ ਜੋ ਹਿੰਸਾ ਦੀ ਲਹਿਰ ਫੈਲੀ ਹੋਈ ਸੀ, ਉਸਨੇ ਪਾਕਿਸਤਾਨ ਦੇ ਹਿੰਦੂਆਂ ਸਿੱਖਾਂ ਨੂੰ ਹਿੰਦੁਸਤਾਨ ਆਉਣ ਲਈ ਤੇ ਪੂਰਬੀ ਪੰਜਾਬ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਜਾ ਕੇ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ। ਦਵੱਲੀ ਆਵਾਜਾਈ ਬੜੀ ਵੱਡੀ ਪੱਧਰ ਤੇ ਹੋਣੀ ਸ਼ੁਰੂ ਹੋ ਗਈ। ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਸੈਨਿਕ ਨਿਕਾਸ ਸੰਸਥਾ ਕਾਇਮ ਕਰ ਦਿੱਤੀ ਗਈ। ਪਾਕਿਸਤਾਨੀ ਪੰਜਾਬ ਤੋਂ ਭਾਰਤੀ ਪੰਜਾਬ ਆਉਣ ਲਈ 4 ਮੁੱਖ ਰਾਹ ਸਨ: ਨਾਰੋਵਾਲ, ਡੇਰਾ ਬਾਬਾ ਨਾਨਕ, ਲਾਹੌਰ, ਅੰਮ੍ਰਿਤਸਰ, ਕਸੂਰ, ਫਿਰੋਜ਼ਪੁਰ ਤੇ ਮਿੰਟਗੁਮਰੀ, ਫਾਜ਼ਿਲਕਾ। ਸੈਨਿਕ ਨਿਕਾਸ ਸੰਸਥਾ ਤੇ ਸੀਮਾ ਸੈਨਾ ਨੇ ਵਿਰੋਧੀ ਦਿਸ਼ਾਵਾਂ 'ਚੋਂ ਆ ਜਾ ਰਹੇ ਕਾਫਲਿਆਂ ਦੀ ਟੱਕਰ ਘਟਾਉਣ ਦੀ ਥਾਂ ਤੇ ਰਾਹਾਂ ਵਿੱਚ ਉਹਨਾਂ ਉੱਪਰ ਗੁੰਡਿਆਂ ਦੇ ਹਮਲੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਭਾਰਤ ਸਰਕਾਰ ਨੇ ਗੈਰ ਮੁਸਲਿਮ ਸ਼ਰਨਾਰਥੀਆਂ ਲਈ ਕੈਂਪ ਲਗਾਏ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੁਰੂਕਸ਼ੇਤਰ ਵਿੱਚ ਸੀ। ਅਕਤੂਬਰ 1947 ਵਿੱਚ ਪੱਛਮੀ ਪੰਜਾਬ ਵਿੱਚੋਂ ਭਾਰਤੀ ਕੈਂਪਾਂ ਵਿੱਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 72 ਲੱਖ ਤੋਂ ਉੱਪਰ ਸੀ। ਨਵੀਆਂ ਸਰਕਾਰਾਂ ਨੂੰ ਸਮੱਸਿਆ ਦੀ ਅਸਲੀਅਤ ਤੋਂ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਸੀ। ਕੀ ਇਹ ਹਿਜਰਤ ਪੱਕੀ ਸੀ ਜਾਂ ਕੀ ਲੋਕ ਆਪਣੇ ਜੱਦੀ ਘਰਾਂ ਨੂੰ ਮੁੜ ਜਾਣਗੇ? ਇਹ ਅਨਿਸ਼ਚਿਤਤਾ ਦੇ ਵਿੱਚ ਵੀ ਭਾਰਤੀ ਹਾਕਮਾਂ ਨੇ ਪੁਨਰਵਾਸ ਦੇ ਕਾਰਜ ਨੂੰ ਹੱਲ ਕਰਨ ਲਈ ਪ੍ਰਸ਼ੰਸਾਯੋਗ ਫੁਰਤੀ ਦਿਖਾਈ। 8,000 ਪਟਵਾਰੀਆਂ ਤੇ ਹੋਰ ਪੇਂਡੂ ਕਰਮਚਾਰੀਆਂ ਤੇ ਆਧਾਰਿਤ ਅਮਲੇ ਦਾ ਪੁਨਰਵਾਸ ਵਿਭਾਗ ਜਲੰਧਰ ਵਿੱਚ ਕਾਇਮ ਕਰ ਦਿੱਤਾ ਗਿਆ। ਇਸ ਸਮੱਸਿਆ ਨਾਲ ਨਜਿੱਠਣ ਲਈ 2 ਜਵਾਨ ਸਿਵਲ ਅਧਿਕਾਰੀ ਤਰਲੋਕ ਸਿੰਘ ਤੇ ਮਹਿੰਦਰ ਸਿੰਘ ਰੰਧਾਵਾ ਨਿਯੁਕਤ ਕਰ ਦਿੱਤੇ ਗਏ। ਤਰਲੋਕ ਸਿੰਘ ਨੇ ਭੂਮੀ ਪੁਨਰਵਾਸ ਕਿਤਾਬਚਾ ਤਿਆਰ ਕੀਤਾ, ਜਿਸ ਵਿੱਚ ਅਪਣਾਈ ਜਾਣ ਵਾਲੀ ਨੀਤੀ ਦੀ ਰੂਪਰੇਖਾ ਸੀ। ਸਰਕਾਰ ਨੇ ਮੁਸਲਮਾਨ ਹਿਜਰਤਕਾਰਾਂ ਦੇ ਘਰਾਂ ਤੇ ਅਧਿਕਾਰ ਕਰ ਲਿਆ। ਸੀਮਾ ਪਾਰ ਤੋਂ ਆ ਰਹੇ ਹਿੰਦੂ ਸਿੱਖ ਸ਼ਰਨਾਰਥੀਆਂ ਤੇ ਜੋ ਪਹਿਲਾਂ ਹੀ ਸ਼ਰਨਾਰਥੀ ਕੈਂਪਾਂ ਵਿੱਚ ਸਨ, ਉਹਨਾਂ ਨੂੰ ਪਿੰਡ ਤੇ ਸ਼ਹਿਰ ਸਪਸ਼ਟ ਰੂਪ ਵਿੱਚ ਨਿਸ਼ਚਿਤ ਕਰ ਦਿੱਤੇ ਗਏ। ਹਰ ਪਰਿਵਾਰ ਨੂੰ ਬਿਨਾਂ ਇਹ ਵਿਚਾਰੇ ਕਿ ਪਾਕਿਸਤਾਨ ਵਿੱਚ ਉਹ ਕਿੰਨੀ ਜ਼ਮੀਨ ਛੱਡ ਕੇ ਆਇਆ ਸੀ, 10 ਕਿੱਲਿਆਂ ਦੀ ਜੋਤ ਅਲਾਟ ਕਰ ਦਿੱਤੀ ਗਈ ਤੇ ਬੀਜ ਤੇ ਖੇਤੀ ਦੇ ਸੰਦ ਖਰੀਦਣ ਲਈ ਕਰਜ਼ੇ ਦਿੱਤੇ ਗਏ। ਸਿਆਲ ਦੀ ਫਸਲ ਇਕੱਠੀ ਕਰਨ ਤੱਕ ਸਪਸ਼ਟ ਹੋ ਗਿਆ ਕਿ ਵਸੋਂ ਦਾ ਇਹ ਤਬਾਦਲਾ ਪੱਕਾ ਸੀ। ਕੱਚੀਆਂ ਅਲਾਟ ਹੋਈਆਂ ਜ਼ਮੀਨਾਂ ਪੱਕੀਆਂ ਕਰ ਦਿੱਤੀਆਂ ਗਈਆਂ ਤੇ ਜੋ ਕੁਝ ਮੁਸਲਮਾਨ ਛੱਡ ਗਏ ਸਨ, ਉਸ ਨਾਲ ਹੀ ਸ਼ਰਨਾਰਥੀਆਂ ਦਾ ਘਾਟਾ ਪੂਰਾ ਕੀਤਾ ਗਿਆ, ਭਾਵ ਮੁਜਰਾਈ ਦਿੱਤੀ ਗਈ। ਇਹ ਕੋਈ ਸੌਖਾ ਕੰਮ ਨਹੀਂ ਸੀ, ਕਿਉਂਕਿ ਪੱਛਮੀ ਪੰਜਾਬ ਤੇ ਉੱਤਰ ਪੱਛਮੀ ਸੀਮਾ ਪ੍ਰਾਂਤ ਤੋਂ ਆਏ ਹੋਏ ਹਿੰਦੂਆਂ ਸਿੱਖਾਂ ਦੀ ਗਿਣਤੀ ਪੰਜਾਬ ਵਿੱਚੋਂ ਗਏ ਮੁਸਲਮਾਨਾਂ ਤੋਂ ਸਿਰਫ ਜ਼ਿਆਦਾ ਹੀ ਨਹੀਂ ਸੀ, ਜੋ 42,86,755 ਦੇ ਮੁਕਾਬਲੇ 43,52,477 ਸੀ। ਸਗੋਂ ਮੁਸਲਮਾਨ ਜੋ ਜ਼ਮੀਨ ਛੱਡ ਕੇ ਗਏ ਸਨ, ਉਹਦੇ ਟਾਕਰੇ ਤੇ ਹਿੰਦੂ ਸਿੱਖ 67 ਲੱਖ ਏਕੜ ਵਧੀਆ ਕਿਸਮ ਦੀ ਜ਼ਮੀਨ ਛੱਡ ਕੇ ਆਏ ਸਨ। ਇਸ ਦੇ ਨਾਲ ਇਹ ਮੁਸ਼ਕਲ ਵੀ ਸੀ ਕਿ ਕਰਨਾਲ ਵਰਗੇ ਕਈ ਜ਼ਿਲ੍ਹਿਆਂ ਵਿੱਚ ਮੁਸਲਮਾਨਾਂ ਦੀ ਮਾਲਕੀ ਦੀ ਜ਼ਮੀਨ ਹਿੰਦੂ ਰਾਕਾਂ ਕੋਲ ਸੀ, ਜੋ ਕੁਦਰਤੀ ਹੀ ਸ਼ਰਨਾਰਥੀਆਂ ਨੂੰ ਦੇਣ ਲਈ ਤਿਆਰ ਨਹੀਂ ਸਨ। ਤਰਲੋਕ ਸਿੰਘ ਨੇ ਸਥਾਈ ਪੁਨਰਵਾਸ ਲਈ ਇੱਕ ਯੋਜਨਾ ਤਿਆਰ ਕੀਤੀ, ਕਿਉਂਕਿ ਜ਼ਮੀਨ ਦੀ ਉਪਜਾਊ ਸ਼ਕਤੀ ਵੱਖ-ਵੱਖ ਸੀ। ਉਸਨੇ ਬਣਦਾ ਮੁਆਵਜ਼ਾ ਦੇਣ ਲਈ ਸਟੈਂਡਰਡ ਏਕੜਾ ਦਾ ਫਾਰਮੂਲਾ ਅਪਣਾਇਆ, ਜਿਸ ਅਨੁਸਾਰ ਉਹ ਭੂਮੀ ਜੋ 10-11 ਮਣ ਕਣਕ ਪੈਦਾ ਕਰਦੀ ਸੀ, ਉਸ ਨੂੰ ਸਟੈਂਡਰਡ ਏਕੜ ਕਰਾਰ ਦੇ ਦਿੱਤਾ। ਇੱਕ ਸਟੈਂਡਰਡ ਏਕੜ ਨੂੰ 1 ਰੁਪਏ ਦੇ ਬਰਾਬਰ ਮਿਥਿਆ ਗਿਆ ਤੇ ਜ਼ਮੀਨ ਨੂੰ ਸਟੈਂਡਰਡ ਏਕੜ ਦੇ ਭਾਗ ਬਣਾ ਕੇ ਆਨਿਆਂ ਅਨੁਸਾਰ ਵੰਡ ਦਿੱਤਾ ਗਿਆ। ਸਟੈਂਡਰਡ ਏਕੜਾਂ ਦੇ ਹਿਸਾਬ ਨਾਲ 40 ਲੱਖ ਇਕਾਈਆਂ ਛੱਡ ਕੇ ਹਿੰਦੂਆਂ ਸਿੱਖਾਂ ਦੀ ਭਰਪਾਈ 25 ਲੱਖ ਇਕਾਈਆਂ ਨਾਲ ਕਰਨੀ ਪਈ। ਜ਼ਮੀਨ ਦੀ ਵੰਡ ਨੂੰ ਪੱਖਪਾਤ ਰਹਿਤ ਤੇ ਨਿਆਂ ਉਚਿਤ ਕਰਨ ਲਈ ਦਰਜਾਵਾਰ ਕਟੌਤੀ ਕੀਤੀ ਗਈ, ਜਿਸ ਅਨੁਸਾਰ ਥੋੜ੍ਹੀ ਮਾਲਕੀ ਵਾਲੇ ਜ਼ਿਮੀਂਦਾਰ ਨੂੰ ਬਹੁਤ ਘੱਟ ਨੁਕਸਾਨ ਹੋਇਆ ਤੇ ਅਮੀਰ ਜ਼ਿਮੀਂਦਾਰਾਂ ਨੂੰ ਮੁਕਾਬਲਤਨ ਜ਼ਿਆਦਾ ਘਾਟਾ ਝੱਲਣਾ ਪਿਆ। ਵੰਡ ਨਾਲ ਪੰਜਾਬ ਦੇ ਸਿਆਸੀ, ਸਮਾਜਿਕ ਤੇ ਆਰਥਿਕ ਢਾਂਚੇ ਵਿੱਚ ਮਹੱਤਵਪੂਰਨ ਤਬਦੀਲੀਆਂ ਵਾਪਰੀਆਂ। ਸਿੱਖ, ਜੋ ਬਹੁਤ ਅਮੀਰ ਤਬਕਾ ਸਨ, ਭਾਰਤ ਦੇ ਦੂਸਰੇ ਫਿਰਕਿਆਂ ਦੀ ਪੱਧਰ ਤੇ ਆ ਗਏ। ਇਹ ਗੱਲ ਵਪਾਰਕ ਤੇ ਖੇਤੀ ਕਰਦੇ ਵਰਗਾਂ ਤੇ ਇੱਕੋ ਜਿਹੀ ਲਾਗੂ ਹੋਈ। ਪੱਛਮੀ ਪੰਜਾਬ ਦੇ ਕਿਸਾਨ, ਜੋ ਵੱਡੇ-ਵੱਡੇ ਮੁਰੱਬਿਆਂ ਦੇ ਮਾਲਕ ਸਨ, ਉਹ ਪੁਨਰਵਾਸ ਦੀ ਪ੍ਰਕਿਰਿਆ ਅਧੀਨ ਪੂਰਬੀ ਪੰਜਾਬ ਵਿੱਚ 30 ਏਕੜ ਜ਼ਮੀਨ ਦੀ ਵੱਧ ਤੋਂ ਵੱਧ ਹੱਦ ਦਾ ਕਾਨੂੰਨ ਬਣਾਏ ਜਾਣ ਕਾਰਨ ਘਾਟੇ ਵਿੱਚ ਰਹੇ। ਸ਼ਹਿਰੀ ਸਿੱਖਾਂ ਨੂੰ ਕਿਸਾਨਾਂ ਨਾਲੋਂ ਵੀ ਜ਼ਿਆਦਾ ਮਾਰ ਪਈ।
ਸਿੱਖ ਜੋ ਸ਼ਹਿਰੀ ਜਾਇਦਾਦ ਪਾਕਿਸਤਾਨ ਵਿੱਚ ਛੱਡ ਕੇ ਆਏ ਸਨ, ਉਹਦੇ ਮੁਕਾਬਲੇ ਮੁਸਲਮਾਨਾਂ ਦੀ ਜਾਇਦਾਦ ਤਾਂ ਬਹੁਤ ਥੋੜ੍ਹੀ ਸੀ। ਇਸ ਤੋਂ ਬਿਨਾਂ ਸਿੱਖ ਵਪਾਰੀ ਨੂੰ ਹਿੰਦੂ ਸ਼ਰਨਾਰਥੀ ਤੇ ਪਹਿਲਾਂ ਤੋਂ ਹੀ ਸਥਾਪਿਤ ਹਿੰਦੂ ਵਪਾਰੀਆਂ ਤੇ ਦੁਕਾਨਦਾਰਾਂ ਦਾ ਮੁਕਾਬਲਾ ਕਰਨਾ ਪੈਂਦਾ ਸੀ। ਜਾਤ-ਪਾਤ ਦੀਆਂ ਹੱਦਾਂ ਵੀ ਘਟ ਗਈਆਂ। 1947 ਵਿੱਚ ਕੱਚੇ ਤੌਰ ਤੇ ਅਲਾਟ ਕੀਤੀ ਇੱਕੋ ਜਿੰਨੀ ਜ਼ਮੀਨ ਕਾਰਨ ਭੰਗੀ, ਮੋਚੀ, ਘੁਮਿਆਰ ਤੇ ਜੁਲਾਹੇ ਵੀ ਜੱਟ ਤੇ ਰਾਜਪੂਤ ਕਿਸਾਨਾਂ ਦੇ ਬਰਾਬਰ ਦੀ ਪੱਧਰ ਤੇ ਆ ਗਏ। 30 ਏਕੜ ਦੀ ਹੱਦ ਤੇ ਸਾਂਝੀ ਖੇਤੀ ਨੇ ਬਰਾਬਰੀ ਦੇ ਅਮਲ ਵਿੱਚ ਹੋਰ ਤੇਜ਼ੀ ਲਿਆਂਦੀ। ਬਿਪਤਾ ਤੇ ਮੰਦਹਾਲੀ ਦੀਆਂ ਕੁਝ ਕਲਿਆਣਕਾਰੀ ਵਿਸ਼ੇਸ਼ਤਾਵਾਂ ਵੀ ਸਨ। ਭੂਮੀ ਦੀ ਮਾਲਕੀ ਘਟ ਜਾਣ ਕਾਰਨ ਜ਼ਿਮੀਂਦਾਰ ਜ਼ਮੀਨ ਰਾਕਾਂ ਨੂੰ ਦੇਣ ਦੀ ਥਾਂ ਆਪ ਕਾਸ਼ਤ ਕਰਨ ਲੱਗ ਪਏ। ਇਸ ਤਰ੍ਹਾਂ ਵਿਸਵੇਦਾਰੀ ਪ੍ਰਥਾ ਖਤਮ ਹੋ ਗਈ। ਕਿਸਾਨਾਂ ਨੇ ਆਪਣੀ ਬਚਾਈ ਭੂਮੀ ਟਰੈਕਟਰ ਖਰੀਦਣ, ਟਿਊਬਵੈੱਲ ਲਾਉਣ ਤੇ ਖੇਤੀ ਦੇ ਨਵੇਂ ਢੰਗ ਅਪਣਾਉਣ ਵਿੱਚ ਲਾਈ। ਪਿੰਡਾਂ ਵਿੱਚ ਖੇਤੀ ਸਹਿਕਾਰਤਾ, ਵਧੀਆ ਬੀਜ ਭੰਡਾਰ ਤੇ ਖਾਦ ਗੋਦਾਮ ਆਮ ਹੀ ਹੋ ਗਏ। ਪਸ਼ੂ ਪਾਲਣ ਵੱਲ ਵਧੇਰੇ ਧਿਆਨ ਦਿੱਤਾ ਜਾਣ ਲੱਗਾ। ਕਮਿਊਨਿਟੀ ਪ੍ਰੋਜੈਕਟ ਲਹਿਰ ਦੇ ਸ਼ੁਰੂ ਕੀਤੇ ਜਾਣ ਨਾਲ ਮੁੱਖ ਪਿੰਡਾਂ ਵਿੱਚ ਬਨਾਵਟੀ ਢੰਗ ਨਾਲ ਵੀਰਜ ਸੇਚਨ, ਪਸ਼ੂ ਚਿਕਿਤਸਾ ਸੇਵਾਵਾਂ, ਮਾੜੀ ਨਸਲ ਦੇ ਸਥਾਨਾਂ ਨੂੰ ਖੱਸੀ ਕਰਨਾ ਤੇ ਦੁੱਧ ਵਪਾਰ ਆਮਦਨ ਦੇ ਚੰਗੇ ਸਾਧਨ ਬਣ ਗਏ। ਇੱਕ ਹੋਰ ਨਵਾਂ ਧੰਦਾ ਮੁਰਗੀ ਪਾਲਣ ਦਾ ਸ਼ੁਰੂ ਹੋ ਗਿਆ, ਜਿਸ ਨੂੰ ਪਹਿਲਾਂ ਅਣਗੌਲਿਆਂ ਕੀਤਾ ਜਾਂਦਾ ਸੀ। ਬਹੁਤ ਸਾਰੇ ਕਿਸਾਨਾਂ ਨੇ ਵਿਦੇਸ਼ਾਂ ਵਿੱਚ ਆਯਾਤ ਕੀਤੇ ਜਾਨਵਰ ਪਾਲਣੇ ਸ਼ੁਰੂ ਕਰ ਦਿੱਤੇ। ਇਹਨਾਂ ਸਾਰੇ ਖੇਤੀ ਸਹਿ ਧੰਦਿਆਂ ਵਿੱਚ ਸਿੱਖ ਕਿਸਾਨਾਂ ਨੇ ਅਗਵਾਈ ਕੀਤੀ। ਕੁਝ ਹੀ ਸਾਲਾਂ ਵਿੱਚ ਪੂਰਬੀ ਪੰਜਾਬ ਘਾਟੇ ਦੀ ਥਾਂ ਤੇ ਵਾਫਰ ਤੇ ਅਧਿਕਤਾ ਦਾ ਖੇਤਰ ਬਣ ਗਿਆ। ਪੰਜਾਬ ਦੇ ਕਿਸਾਨ ਦਾ ਪ੍ਰਭਾਵ ਪੰਜਾਬੋਂ ਬਾਹਰ ਵੀ ਮਹਿਸੂਸ ਕੀਤਾ ਗਿਆ। ਜ਼ਮੀਨ ਦੀ ਥੋੜ ਕਾਰਨ ਬਹੁਤ ਸਾਰੇ ਕਿਸਾਨ ਉੱਤਰ ਪ੍ਰਦੇਸ਼ ਦੇ ਮਲੇਰੀਏ ਵਾਲੇ ਤਰਾਈ ਖੇਤਰ ਤੇ ਮੱਧ ਪ੍ਰਦੇਸ਼ ਦੇ ਤੇ ਰਾਜਸਥਾਨ ਦੇ ਝਾੜ ਬੂਟ ਵਾਲੇ ਖੇਤਰਾਂ ਵਿੱਚ ਵਸਾਏ ਗਏ। ਸਿੱਖ ਸ਼ਰਨਾਰਥੀਆਂ ਨੇ ਆਪਣੇ ਵੱਡ ਵਡੇਰਿਆਂ ਵਾਂਗ ਜੰਗਲ ਸਾਫ਼ ਕਰਕੇ ਤੇ ਬੰਜਰ ਜ਼ਮੀਨਾਂ ਨੂੰ ਵਾਹੀ ਯੋਗ ਬਣਾ ਕੇ ਆਪਣੀ ਹਿੰਮਤ ਵਿਖਾਈ। ਸਿੱਖ ਵਪਾਰੀ ਜਮਾਤਾਂ ਨੇ ਵੀ ਕਿਸਾਨਾਂ ਵਾਂਗ ਹੀ ਆਪਣੇ ਕਿੱਤੇ ਵਿੱਚ ਪੁਨਰ ਸਥਾਪਿਤ ਹੋ ਕੇ ਉਹ ਹਿੰਮਤ ਵਿਖਾਈ। ਬਹੁਤ ਸਾਰੇ ਅਤਿਅੰਤ ਗਰੀਬ ਹੋ ਗਏ ਸਨ। ਅਮੀਰ ਦੁਕਾਨਦਾਰਾਂ ਨੂੰ ਗਲੀਆਂ ਵਿੱਚ ਫੇਰੀਆਂ ਲਾ ਲਾ ਕੇ ਮਾਲ ਵੇਚਣ ਤੋਂ ਆਪਣਾ ਕੰਮ ਨਵੇਂ ਸਿਰਿਓਂ ਸ਼ੁਰੂ ਕਰਨਾ ਪਿਆ। ਲੜਕੀਆਂ ਨੇ ਟਾਂਗੇ ਚਲਾਉਣੇ ਸ਼ੁਰੂ ਕੀਤੇ। ਉਹਨਾਂ ਦੇ ਛੋਟੇ ਭਰਾਵਾਂ ਨੇ ਬੂਟ ਪਾਲਿਸ਼ ਕਰਨ ਦਾ ਧੰਦਾ ਅਪਣਾਇਆ। ਪਰ ਕਦੇ ਵੀ ਸਿੱਖ ਆਦਮੀ, ਇਸਤਰੀ ਜਾਂ ਬੱਚਾ ਗਲੀਆਂ ਵਿੱਚ ਮੰਗਦਾ ਨਹੀਂ ਵੇਖਿਆ ਗਿਆ ਸੀ। ਤੇ ਇੱਕ ਵਾਰ ਫਿਰ ਸਿੱਖਾਂ ਨੂੰ ਆਪਣੇ ਹਮਵਤਨਾਂ ਤੋਂ ਸਿਦਕੀ ਤੇ ਸਿਰੜੀ ਹੋਣ ਦਾ ਮਾਣ ਸਤਿਕਾਰ ਮਿਲਿਆ। ਸਿੱਖਾਂ ਦੀ ਰਾਜਸੀ ਨੁਹਾਰ ਵਿੱਚ ਤਬਦੀਲੀ ਵੀ ਮਹੱਤਵਪੂਰਨ ਸੀ। ਨਿਕਾਸ ਨਾਲ ਪੱਛਮੀ ਪੰਜਾਬ ਦੇ ਸਿੱਖ ਨੇਤਾਵਾਂ ਦੇ ਸਮਰਥਕਾਂ ਦੇ ਖਿੰਡ-ਪੁੰਡ ਜਾਣ ਨਾਲ ਉਹਨਾਂ ਦੀ ਸਥਿਤੀ ਕਮਜ਼ੋਰ ਹੋ ਗਈ। ਮਾਸਟਰ ਤਾਰਾ ਸਿੰਘ ਦੀ ਲੋਕਾਂ ਵਿੱਚ ਪਕੜ ਬਣੀ ਰਹੀ, ਕਿਉਂਕਿ ਉਹ ਦੁਖਿਆਰੇ ਸ਼ਰਨਾਰਥੀਆਂ ਦਾ ਬੁਲਾਰਾ ਬਣ ਗਿਆ। ਪਰੰਤੂ ਦੂਸਰੇ, ਜਿਵੇਂ ਗਿਆਨੀ ਕਰਤਾਰ ਸਿੰਘ ਤੇ ਸ਼ਹਿਰੀ ਗੈਰ ਜੱਟ ਜਿਵੇਂ ਉੱਜਲ ਸਿੰਘ ਤੇ ਹੁਕਮ ਸਿੰਘ, ਰਾਜ ਕਰ ਰਹੀ ਪਾਰਟੀ ਨਾਲ ਆਪਣੇ ਭਵਿੱਖ ਦੀ ਸੁਰੱਖਿਆ ਲਈ ਸਹਿਯੋਗ ਕਰਨ ਲਈ ਮਜਬੂਰ ਹੋ ਗਏ। ਇਹਨਾਂ ਦੇ ਮੁਕਾਬਲੇ ਪੂਰਬੀ ਪੰਜਾਬ ਦੇ ਜ਼ਿਲ੍ਹਿਆਂ ਦੇ ਸਿਆਸਤਦਾਨ ਵਧੇਰੇ ਸ਼ਕਤੀ ਤੇ ਰੁਤਬੇ ਪ੍ਰਾਪਤ ਕਰ ਗਏ। ਉੱਤਰ ਸੁਤੰਤਰਤਾ ਕਾਲ ਵਿੱਚ ਪ੍ਰਤਾਪ ਸਿੰਘ ਕੈਰੋਂ, ਸਵਰਨ ਸਿੰਘ ਤੇ ਗਿਆਨ ਸਿੰਘ ਰਾੜੇਵਾਲਾ ਨੇਤਾ ਬਣ ਕੇ ਉੱਭਰੇ। ਹਿਜਰਤ ਦਾ ਸਭ ਤੋਂ ਮਹੱਤਵਪੂਰਨ ਪ੍ਰਭਾਵ ਪੂਰਬੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਿੱਖਾਂ ਦੀ ਵਸੋਂ ਦਾ ਇਕੱਠੇ ਹੋਣਾ ਸੀ। ਭਾਵੇਂ ਸਿੱਖ ਪ੍ਰਵਾਸੀ ਸਾਰੇ ਭਾਰਤ ਵਿੱਚ ਫੈਲ ਗਏ ਤੇ ਹਜ਼ਾਰਾਂ ਵਿਦੇਸ਼ਾਂ ਵਿੱਚ ਚਲੇ ਗਏ, ਪਰੰਤੂ 3/4 ਸਿੱਖ ਸਿੱਖੀ ਦਾ ਪੰਗੂੜਾ ਮਾਲਵੇ ਵਿੱਚ ਹੀ ਰਹੇ। ਇਹਨਾਂ ਕਾਰਨਾਂ ਕਰਕੇ ਤੇ ਕੁਝ ਹੋਰ ਕਾਰਨਾਂ ਕਰਕੇ, ਜਿਨ੍ਹਾਂ ਦਾ ਅਗਲੇ ਕਾਂਡਾਂ ਵਿੱਚ ਜ਼ਿਕਰ ਕੀਤਾ ਗਿਆ ਹੈ, ਸਿੱਖ ਰਾਜ ਦੀ ਮੰਗ ਪੁਨਰ ਸੁਰਜੀਤ ਹੋਈ। ਪੂਰਬੀ ਪੰਜਾਬ ਦੀ ਸਰਕਾਰ ਆਰਜ਼ੀ ਤੌਰ ਤੇ ਸ਼ਿਮਲੇ ਨੂੰ ਰਾਜਧਾਨੀ ਬਣਾ ਕੇ ਕਾਇਮ ਕੀਤੀ ਗਈ। ਸਰ ਚੰਦੂ ਲਾਲ ਤ੍ਰਿਵੇਦੀ ਨੂੰ ਗਵਰਨਰ ਨਿਯੁਕਤ ਕੀਤਾ ਗਿਆ। ਗੋਪੀ ਚੰਦ ਭਾਰਗਵ ਨੂੰ ਭਾਰਤੀ ਪਾਸੇ ਆਏ ਵਿਧਾਨਕਾਰਾਂ ਨੇ ਮੁੱਖ ਮੰਤਰੀ ਚੁਣ ਲਿਆ। 1948 ਵਿੱਚ ਪੰਜਾਬ ਦੀ ਸਿੱਖ ਰਿਆਸਤਾਂ ਤੇ ਮਲੇਰਕੋਟਲਾ ਤੇ ਨਾਲਾਗੜ੍ਹ ਨੂੰ ਮਿਲਾ ਕੇ ਪੈਪਸੂ ਬਣਾ ਦਿੱਤਾ ਗਿਆ। ਮਹਾਰਾਜਾ ਯਾਦਵਿੰਦਰ ਸਿੰਘ, ਜਿਸ ਨੇ ਰਾਜਿਆਂ ਨੂੰ ਭਾਰਤੀ ਸੰਘ ਵਿੱਚ ਮਿਲਣ ਲਈ ਪ੍ਰੇਰਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਉਸ ਨੂੰ ਰਾਜ ਪ੍ਰਮੁੱਖ ਬਣਾਇਆ ਗਿਆ ਤੇ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣਿਆ। ਪੈਪਸੂ ਵਿੱਚ ਸਿੱਖਾਂ ਦੀ ਬਹੁਗਿਣਤੀ ਸੀ। ਪੈਪਸੂ ਥੋੜ੍ਹੇ ਤੇ ਅਸਥਿਰ ਸਮੇਂ ਲਈ ਹੀ ਰਿਹਾ। ਇੱਥੇ ਅਕਾਲੀਆਂ ਤੇ ਕਾਂਗਰਸ ਦੀ ਤਾਕਤ ਸਾਮੀ ਸੀ। ਗਿਆਨ ਸਿੰਘ ਰਾੜੇਵਾਲਾ ਦੀ ਥਾਂ ਕਾਂਗਰਸ ਵਿਧਾਨਕਾਰ ਰਘਬੀਰ ਸਿੰਘ ਮੁੱਖ ਮੰਤਰੀ ਬਣਿਆ ਤੇ ਉਹਦੀ ਮੌਤ ਪਿੱਛੋਂ ਬ੍ਰਿਸ਼ਭਾਨ ਮੁੱਖ ਮੰਤਰੀ ਬਣਿਆ। ਸਿੱਖ ਵਸੋਂ ਦੇ ਇੱਕ ਥਾਂ ਇਕੱਤਰ ਹੋਣ ਕਾਰਨ ਤੇ ਅਕਾਲੀ ਝੁਕਾਵਾਂ ਕਾਰਨ ਸਰਕਾਰ ਨੇ 1956 ਵਿੱਚ ਪੈਪਸੂ ਖਤਮ ਕਰਕੇ ਪੰਜਾਬ ਵਿੱਚ ਮਿਲਾ ਦਿੱਤਾ। 1952 ਦੀਆਂ ਪਹਿਲੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਬਹੁਮਤ ਮਿਲ ਗਿਆ। ਭੀਮ ਸੈਨ ਸੱਚਰ ਮੁੱਖ ਮੰਤਰੀ ਬਣਿਆ। ਉਹਦੀ ਇਸ ਵਜ਼ਾਰਤ ਵਿੱਚ ਪੰਜਾਬ ਦੀ ਨਵੀਂ ਰਾਜਧਾਨੀ
ਹਿਮਾਲਾ ਪਰਬਤ ਦੀ ਪੱਬੀ ਵਿੱਚ ਚੰਡੀਗੜ੍ਹ ਵਿਖੇ ਬਣਾਈ ਗਈ। 1956 ਵਿੱਚ ਸੱਚਰ ਨੂੰ ਹਟਾ ਕੇ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਬਣ ਗਿਆ। 1957 ਤੇ 1962 ਵਿੱਚ ਕਾਂਗਰਸ ਪਾਰਟੀ ਫਿਰ ਚੋਣਾਂ ਜਿੱਤ ਗਈ ਤੇ ਕੈਰੋਂ ਜੂਨ 1964 ਵਿੱਚ ਇਸ ਪਦ ਤੋਂ ਲਾਂਭੇ ਕੀਤੇ ਜਾਣ ਤੱਕ ਬੜੀ ਮਜ਼ਬੂਤੀ ਨਾਲ ਹਕੂਮਤ ਕਰਦਾ ਰਿਹਾ। ਬਾਕੀ ਅਗਲੇ ਹਿੱਸੇ ਵਿੱਚ।